ਤਿੰਨੋਂ ਆਰਡੀਨੈਂਸ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਾਲੇ ਨੇ, ਨਾ ਕਿ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੇ। ਅਦਰਵਾਈਜ਼ ਇਹਨਾਂ ਨੂੰ ਵੀ ਪਤਾ ਹੈ ਆਰਡੀਨੈਂਸ ਬਹੁਤ ਵਧੀਆ ਹੈ, ਕਿਸਾਨਾਂ ਨੂੰ ਵੀ ਪਤਾ ਹੈ, ਵਿਰੋਧੀ ਪਾਰਟੀਆਂ ਨੂੰ ਵੀ ਪਤਾ ਹੈ, ਇਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਲੱਭਦਾਗਾ ਸੈਂਟਰ ਸਰਕਾਰ ਦੇ ਪ੍ਰਤੀ। ਸ਼੍ਰੋਮਣੀ ਅਕਾਲੀ ਦਲ ਵਾਲੇ ਸਾਡੇ ਕੰਟੈਕਟ ਵਿੱਚ ਨੇ, ਪੱਬਾਂ ਭਾਰ ਨੇ ਵੀ ਸਾਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾ ਦਿਓ। ਇੱਕ ਵੇਲੇ ਕਿਹਾ ਜਾਂਦਾ ਸੀ, ਸੁਸ਼ਮਾ ਸਵਰਾਜ ਜੀ ਇਹ ਗੱਲ ਆਖਦੇ ਸੀ ਕਿ ਆੜਤੀਆ ਜਿਹੜਾ ਆ ਕਿਸਾਨ ਦਾ ATM ਹੈ। ਅੱਜ ਕੀ ਗੱਲ ਹੋ? ਔਰ ਜਦੋਂ ਪਾਸ ਹੋਏ ਹਰਸਿਮਰਤ ਜੀ ਉੱਥੇ ਸ਼ਾਮਲ ਸਨ, ਉਹਦੇ ਵਿੱਚ ਸਹਿਮਤੀ ਦੇ ਕੇ ਆਏ ਨੇ, ਤੇ ਹੁਣ ਕਿਹੜਾ ਮਾੜੇ ਹੋ ਗਏ। ਤੇ ਕਾਂਗਰਸ ਪਾਰਟੀ ਦੀ ਗੱਲ ਸੁਣ ਲਓ, CM ਸਹਿਮਤੀ ਦੇ ਕੇ ਆਏ ਨੇ, ਮਨਪ੍ਰੀਤ ਸਾਹਿਬ ਸਹਿਮਤੀ ਦੇ ਕੇ ਆਏ ਨੇ, ਤੇ ਇਹਨਾਂ ਦੀ ਮਹਾਰਾਸ਼ਟਰ ਵਿੱਚ ਸਰਕਾਰ ਹੈ, ਉੱਥੇ ਲਾਗੂ ਨੇ, ਤੇ ਹੁਣ ਪੰਜਾਬ 'ਚ ਆ ਕੇ ਮਾੜੇ ਹੋ ਗਏ। ਇੱਕ ਖੁੱਲਾ ਬਾਜ਼ਾਰ ਦੇਤਾ, ਵਿੱਚ ਟੈਕਸ ਨਹੀਂ ਪੈਂਦਾ, ਕੋਈ ਬੈਰੀਅਰ ਨਹੀਂ ਪੈਂਦਾ, ਫਾਇਦਾ ਕਿਹਦਾ ਹੈ? ਕਿਸਾਨ ਦਾ। ਔਰ 3 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਦੇਣੀ ਪਊਗੀ, ਫਾਇਦਾ ਉਹ ਜੇ 1 ਦਿਨ ਵੀ ਲੇਟ ਹੁੰਦੀ ਹੈ ਤਾਂ ਜੁਰਮਾਨਾ ਦੇਊਗਾ, ਫਾਇਦਾ ਕਿਹਦਾ ਹੈ? ਕਿਸਾਨ ਦਾ। -23 ਦੇ ਉੱਤੇ ਜਿਹੜੀ GDP ਚਲੀ ਗਈ ਹੈ, ਇੱਕ ਖੇਤੀਬਾੜੀ ਹੀ ਅਜਿਹਾ ਕਿੱਤਾ ਸੀ ਜਿਹਦੇ ਨਾਲ ਜਿਹੜੀ ਆ GDP ਜਿਹੜੀ ਪੰਜਾਬ ਦੀ ਜਾਂ ਇੰਡੀਆ ਦੀ ਜੇ ਗੱਲ ਕਰੀਏ, ਜਿਹੜੀ ਗਰੋਥ ਜਿਹੜੀ ਆ ਵਧਾਈ ਜਾ ਸਕਦੀ ਸੀ, ਇਕਨੋਮੀ ਦੀ ਜੇ ਗੱਲ ਕਰੀਏ। ਪਰ ਖੇਤੀਬਾੜੀ ਨੂੰ ਵੀ ਹੁਣ ਜਿਹੜਾ ਆ ਕਾਰਪੋਰੇਟ ਅਦਾਰਿਆਂ ਦੇ ਅਧੀਨ ਕਰ ਦਿੱਤਾ ਜਾਊ। ਜ਼ਿੰਦਾਬਾਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ। ਕੇਂਦਰ ਸਰਕਾਰ ਨੂੰ ਦੋਵੇਂ ਰਾਜਸੀ ਪਾਰਟੀਆਂ ਵੱਲੋਂ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਜਾਂ ਹੋਰ ਵੀ ਪਾਰਟੀਆਂ ਦੀ ਜੇ ਗੱਲ ਕਰੀਏ, ਆਮ ਆਦਮੀ ਪਾਰਟੀ ਜਾਂ ਹੋਰ ਵੀ ਪਾਰਟੀਆਂ, ਸਾਰੀਆਂ ਸੈਂਟਰ ਸਰਕਾਰ ਨੂੰ ਕਰੜੇ ਹੱਥੀ ਲੈ ਰਹੀਆਂ ਨੇ। ਉਸ ਦੇ ਨਾਲ ਹੀ ਜੀਓ ਪੋਲੀਟਿਕਸ ਉੱਤੇ ਵੀ ਇੱਕ ਵੱਡਾ ਵਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਜੀ ਅਤੇ ਪੰਜਾਬ ਕੋਰ ਕਮੇਟੀ ਦੇ ਸੈਕਟਰੀ ਸਾਡੇ ਨਾਲ ਮੌਜੂਦ ਨੇ। ਸੁਨੀਤਾ ਗਰਗ ਜੀ, ਸਵਾਗਤ। ਥੈਂਕ ਯੂ। ਤਾਂ ਮੈਮ, ਕਿਸਾਨ ਆਰਡੀਨੈਂਸ ਨੂੰ ਲੈ ਕੇ ਤੁਹਾਡੀ ਸਰਕਾਰ ਨੂੰ ਵਾਰ-ਵਾਰ ਘੇਰਿਆ ਜਾ ਰਿਹਾ ਹੈ। ਕਿਸਾਨ ਵੀ ਕਹਿ ਰਹੇ ਨੇ ਕਿ ਇਹ ਵਿਰੋਧ ਜਿਹੜਾ ਆ ਵਾਪਸ ਲਿਆ ਜਾਵੇ। ਤੁਸੀਂ ਕਿਸਾਨਾਂ ਦੇ ਲਈ ਕਾਨੂੰਨ ਇਹ ਜਿਹੜਾ ਆ ਬਣਾਇਆ, ਪਰ ਕਿਸਾਨਾਂ ਨੂੰ ਇਹ ਕਾਨੂੰਨ ਜਿਹੜਾ ਆ ਮਨਜ਼ੂਰ ਨਹੀਂਗਾ। ਇਸ ਕਰਕੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਸੜਕਾਂ ਦੇ ਉੱਤੇ ਨੇ, ਕਲਾਕਾਰ ਵੀ ਉਹਨਾਂ ਦੇ ਨਾਲ ਨੇ, ਪੰਜਾਬ ਦਾ ਹਰ ਵਰਗ ਨਾਲ ਆ ਉਹਨਾਂ ਦੇ, ਕਿਸਾਨਾਂ ਦੇ ਨਾਲ ਆ। ਹਰਿਆਣੇ ਦੇ ਵਿੱਚ ਵੀ ਐਜੀਟੇਸ਼ਨਸ ਹੋ ਰਹੀਆਂ ਨੇ, ਮੁਲਕ ਦੇ ਹੋਰ ਵੀ ਸੂਬਿਆਂ ਦੇ ਵਿੱਚ ਜਿਹੜਾ ਆ ਆਰਡੀਨੈਂਸ ਦਾ ਵਿਰੋਧ ਹੋ ਰਿਹਾ। ਜਿਨ੍ਹਾਂ ਲਈ ਕਾਨੂੰਨ ਬਣਾਇਆ ਗਿਆ, ਜਦੋਂ ਉਹਨਾਂ ਨੂੰ ਨਹੀਂ ਮਨਜ਼ੂਰ ਤਾਂ ਕਿਉਂ ਥੋਪਿਆ ਜਾ ਰਿਹਾ? ਕੀ ਸਪਸ਼ਟੀਕਰਨ ਦਿਓਗੇ? ਦੇਖੋ, ਜੇ ਤਿੰਨੋਂ ਆਰਡੀਨੈਂਸ ਆਏ ਨੇ, ਖੇਤੀ ਉਪਜ ਵਪਾਰ ਵਣਜ, ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਤੇ ਕਿਸਾਨੀ ਠੇਕਾ, ਤਿੰਨੋਂ ਆਰਡੀਨੈਂਸ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਾਲੇ ਨੇ, ਨਾ ਕਿ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੇ। ਦੇਖੋ, ਪਹਿਲਾਂ ਕਦੀ ਕਾਨੂੰਨ ਆਇਆ ਸੀ ਇਹ ਕਿ ਬੀਜਣ ਤੋਂ ਪਹਿਲਾਂ ਹੀ ਖੇਤੀ ਦਾ ਠੇਕਾ ਹੋ ਜਾਊਗਾ, ਕੰਟਰੈਕਟ ਹੋ ਸਕਦਾ ਹੈ। ਦੇਖੋ, ਕਿਸਾਨ ਬੀਜਣ ਤੋਂ ਪਹਿਲਾਂ ਕਿਸੇ ਪ੍ਰੋਸੈਸਰ ਨਾਲ, ਵਪਾਰੀ ਨਾਲ, ਉਦਯੋਗਪਤੀ ਨਾਲ ਆਪਣਾ ਕੰਟਰੈਕਟ ਕਰ ਸਕਦਾ ਹੈ। ਕੰਟਰੈਕਟ ਕਰਨ ਤੋਂ ਬਾਅਦ ਔਰ ਉਹ ਕੰਟਰੈਕਟਰ ਮੁੱਕਰ ਨਹੀਂ ਸਕਦਾਗਾ, ਉਹਦਾ ਜੋ ਵੀ ਲਿਖਤ ਪੜਤ ਹੋਈ ਹੁੰਦੀ ਹੈ। ਔਰ ਜੇ ਬਾਏ ਦੀ ਵੇ ਕਿਸਾਨ ਦੀ ਫਸਲ ਕਿਸੇ ਕਾਰਨ ਕਰਕੇ ਖਰਾਬ ਹੋ ਜਾਂਦੀ ਹੈ, ਤਾਂ ਕੰਟਰੈਕਟਰ ਨੂੰ ਪੂਰਾ ਜੋ ਉਸ ਦਾ ਰੇਟ, ਫਰਜ਼ ਕਰੋ ਮੇਰੇ ਕੋਲ 5 ਕਿੱਲੇ ਜ਼ਮੀਨ ਹੈ ਔਰ ਮੇਰਾ ਕੰਟਰੈਕਟ ਹੋ ਗਿਆ ਵੀ ਮੈਂ ਤੁਹਾਨੂੰ 20 ਰੁਪਏ ਕਿੱਲੋ ਟਮਾਟਰ ਦੀ ਖੇਤੀ ਤੁਸੀਂ ਲਗਾ ਦਿਓ, ਮੈਂ ਤੁਹਾਨੂੰ 20 ਰੁਪਏ ਕਿੱਲੋ ਦਾ ਰੇਟ ਦੇਵਾਂਗਾ। ਤਾਂ ਮੇਰੀ ਫਸਲ ਚਾਹੇ ਸਾਰੀ ਖਰਾਬ ਹੋ ਜੇ, ਪਰ 20 ਰੁਪਏ ਕਿੱਲੋ ਰੇਟ ਦੇ ਹਿਸਾਬ ਨਾਲ ਉਹ ਜਿਹਦੇ ਨਾਲ ਮੇਰਾ ਕੰਟਰੈਕਟ ਕੀਤਾ ਹੁੰਦਾ ਹੈ ਉਸ ਨੂੰ ਦੇਣੀ ਪਏਗੀ। ਪਰ ਮੈਂ ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਨੇ ਕਿ ਸਿੱਧਾ ਅਡਾਨੀਆਂ ਦੇ ਪੱਖ 'ਚ ਜਿਹੜੀ ਆ ਗੇਂਦ ਸਿੱਟੀ ਗਈ ਆ, ਉਹਨਾਂ ਦੇ ਪਾਲੇ 'ਚ ਸਿੱਟੀ ਗਈ ਆ। ਪੰਜਾਬ ਨੂੰ ਜਿਹੜਾ ਆ ਕਾਰਪੋਰੇਟ ਅਦਾਰਿਆਂ ਦੇ ਅਧੀਨ ਲਿਆ ਕੇ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਖੋਹਣ ਦੀ ਇਹ ਨੀਤੀ ਆ, ਕੀ ਕਹੋਗੇ? ਨਹੀਂ, ਇਹ ਬਿਲਕੁਲ ਗਲਤ ਹੈ। ਦੇਖੋ, ਜਿੱਥੇ ਆਪਾਂ ਫਸਲ ਵੇਚਦੇ ਹਾਂ ਔਰ 3 ਦਿਨਾਂ ਦੇ ਅੰਦਰ ਅੰਦਰ ਉਸ ਦੀ ਪੇਮੈਂਟ ਦੇਣੀ ਪਊਗੀ ਵਪਾਰੀ ਨੂੰ, ਜਾਂ ਜਿਹਦੇ ਨਾਲ ਉਦਯੋਗਪਤੀ ਨੂੰ, ਜਾਂ ਜਿਹਦੇ ਨਾਲ ਕੰਟੈਕਟ ਕੀਤਾ ਆਪਾਂ ਕੰਟਰੈਕਟ ਫਾਰਮਿੰਗ ਦੇ ਅਧੀਨ, ਔਰ ਜੇ 1 ਦਿਨ ਵੀ ਲੇਟ ਹੁੰਦਾ ਹੈ ਉਹ, ਤਾਂ ਉਸ ਨੂੰ ਜੁਰਮਾਨਾ ਦੇਣਾ ਪਊਗਾ। ਜਿਵੇਂ ਇਹ ਕਿਸਾਨ ਭਰਾ ਬਾਹਰ ਕਹੀ ਜਾਂਦੇ ਨੇ ਵੀ ਸਾਡੀਆਂ ਜ਼ਮੀਨਾਂ, ਜਿਵੇਂ ਤੁਸੀਂ ਵੀ ਕਹੀ ਜਾਂਦੇ ਹੋ ਵੀ ਹੜੱਪ ਕਰ ਲੈਣਗੇ ਜੀ, ਜੋ ਛੋਟੇ ਕਿਸਾਨ ਹੈ ਉਹ ਬਾਹਰ ਕਿੱਥੇ ਜਾਣਗੇ ਜੀ, ਆਪਣੀ ਫਸਲ ਨੂੰ ਲਿਜਾ ਨਹੀਂ ਸਕਦੇ। ਇਹ ਕਾਨੂੰਨ ਹੀ ਉਹਨਾਂ ਲਈ ਹੈ, ਕਿਉਂ ਜੋ ਛੋਟੇ ਕਿਸਾਨ ਹੈ ਉਹਨਾਂ ਨੂੰ ਆਪਣੀ ਇਨਵੈਸਟਮੈਂਟ ਕਰਨੀ ਔਖੀ ਹੋ ਜਾਂਦੀ ਹੈ ਆਪਣੀ ਫਸਲ 'ਤੇ, ਔਰ ਉਸ ਨੂੰ ਬਾਹਰ ਅੰਦਰ ਲਿਜਾਣਾ ਔਖਾ ਹੋ ਜਾਂਦਾ ਹੈ। ਤਾਂ ਉਹ ਵਪਾਰੀ ਉਹਦੇ ਘਰੇ ਹੀ ਫਸਲ ਉਹਦੀ ਚੁੱਕਣਗੇ, ਔਰ ਨਾ ਹੀ ਜੇ ਉਹ ਬਾਹਰ ਲੈ ਕੇ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਵੀ ਟੈਕਸ ਵੀ ਨਹੀਂ ਦੇਣਾ ਪਊਗਾ। ਔਰ ਇਸ ਦੇ ਨਾਲ
ਬਾਏ ਦੀ ਵੇ ਦੋਨੇ ਧਿਰਾਂ ਵਿੱਚ ਕੋਈ ਡਿਸਪਿਊਟ ਪੈ ਜਾਂਦਾ ਹੈ ਕਿਸੇ ਗੱਲੋਂ, ਕਿਸਾਨ ਵਿੱਚ ਔਰ ਫਾਰਮਰ ਵਿੱਚ ਔਰ ਪ੍ਰੋਸੈਸਰ ਵਿੱਚ, ਜੋ ਜਿਹਦੇ ਨਾਲ ਕੰਟੈਕਟ ਕੀਤਾ ਹੁੰਦਾ ਹੈ, ਤਾਂ ਉਹਨੂੰ ਜੋ ਵਪਾਰੀ ਹੈ ਉਸ ਨੂੰ ਸਾਰਾ ਪੈਸਾ ਕਿਸਾਨ ਨੂੰ ਦੇਣਾ ਪਊਗਾ। ਔਰ ਬਾਏ ਦੀ ਵੇ ਜੇ ਕਿਸਾਨ ਨੂੰ ਕੁਝ ਦੇਣਾ ਪੈਂਦਾ ਹੈ ਜੋ ਵੀ, ਤਾਂ ਉਸਨੇ ਜਿਵੇਂ ਆਪਾਂ ਆੜ੍ਹਤੀਆਂ ਤੋਂ ਵਿਆਜ ਉਧਾਰ ਲੈ ਲੈਂਦੇ ਹਾਂ, ਹੁਣ ਵੀ ਚੱਲਦਾ ਹੈ ਪ੍ਰੋਸੈਸ ਵੀ ਭਾਈ ਸਾਡੀ ਫਸਲ ਬੀਜਣੀ ਹੈ, ਤੁਹਾਨੂੰ ਜਦੋਂ ਆਈ ਫਸਲ ਦੇ ਦਿਆਂਗੇ, ਸਾਨੂੰ ਆਹ ਪੈਸਾ ਦੇ ਦਿਓ। ਉਹਨੇ ਖਾਦ ਦਿੱਤੀ, ਬੀਜ ਦਿੱਤਾ, ਤਾਂ ਉਹੀ ਵਾਪਸ ਦੇਣਾ ਪਏਗਾ ਨਾ। ਅਤੇ ਉਹ ਇਹਦੇ ਨਾਲ ਉਸ ਦੀ ਜ਼ਮੀਨ ਨਾਲ ਕੋਈ ਮਤਲਬ ਨਹੀਂ, ਨਾ ਜ਼ਮੀਨ ਦਾ ਕੋਈ ਕੰਟੈਕਟ ਨਹੀਂ ਹੋਇਆ, ਉਹਦੀ ਫਸਲ ਦਾ ਕੰਟੈਕਟ ਹੋਇਆ। ਜ਼ਮੀਨ ਵਾਸਤੇ ਤਾਂ ਸਪੈਸ਼ਲ ਪ੍ਰਾਵਧਾਨ ਹੈ ਕਿ ਕਿਸਾਨ ਦੀ ਜ਼ਮੀਨ ਕਿਸਾਨ ਕੋਲੇ ਰਹੇਗੀ। ਪਰ ਇੱਕ ਵੇਲੇ ਕਿਹਾ ਜਾਂਦਾ ਸੀ, ਸੁਸ਼ਮਾ ਸਵਰਾਜ ਜੀ ਇਹ ਗੱਲ ਆਖਦੇ ਸੀ ਕਿ ਆੜ੍ਹਤੀਆ ਜਿਹੜਾ ਆ ਕਿਸਾਨ ਦਾ ATM ਹੈ। ਅੱਜ ਕੀ ਗੱਲ ਹੋ ਗਈ? ਹੁਣ ਜਿਹੜੀ ਉਹ ਕੰਟਰੈਕਟ ਫਾਰਮਿੰਗ ਦੇ ਅਧੀਨ ਜਿਹੜਾ ATM ਹੈ ਉਹ ਵਪਾਰੀ ਬਣਾਤਾ, ਉਹਨਾਂ ਤੋਂ ਪੈਸਾ ਲਓ। ਵਪਾਰੀ ਜੇ ਗੱਲ ਕਰੀਏ, ਵਪਾਰੀ ਤਾਂ ਅਡਾਨੀ ਵੀ ਫਿਰ ਵਪਾਰੀ ਆ। ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਕਿ ਉਹ ਵਪਾਰੀ ਨੇ, ਉਹਨਾਂ ਦੇ ਅਧੀਨ ਸਾਰਾ ਇਹ ਦੇ ਕੇ ਪੰਜਾਬ ਦਾ ਜਿਹੜਾ ਕਾਰੋਬਾਰ ਆ, ਪੰਜਾਬ ਦੀਆਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ, ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਨਿਕੰਮਾ ਕਰ ਦਿੱਤਾ ਜਾਊ, ਉਹਨਾਂ ਨੂੰ ਨਕਾਰਾ ਕੀਤਾ ਜਾ ਰਿਹਾ। ਵੱਡੇ ਵੱਡੇ ਫਾਰਮ ਜੇ ਬਣਾ ਦਿੱਤੇ ਜਾਣਗੇ, 500 ਕਿੱਲੇ ਦੇ ਫਾਰਮ ਬਣਾ ਦਿੱਤੇ ਜਾਣਗੇ। ਅਡੈਪਟਿਵ ਪਾਲਿਸੀ ਜਿਹੜੀ 1962 ਦੇ ਵਿੱਚ ਅਮਰੀਕਾ ਦੇ ਵਿੱਚ ਆਈ ਸੀ, ਉਹ ਨੀਤੀ ਜਿਹੜੀ ਆ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ, ਇੰਡੀਆ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ। ਟਰੰਪ ਦਾ ਵੀ ਬਿਆਨ ਆ ਗਿਆ, ਜਿਹੜੀ ਉਹ 1962 'ਚ ਪਾਲਿਸੀ ਬਣਾਈ ਗਈ ਸੀ ਉਹ ਅਮਰੀਕਾ ਦੇ ਵਿੱਚ ਫੇਲ ਹੋਈ ਆ, ਯੂਰਪ ਦੇ ਵਿੱਚ ਫੇਲ ਹੋਈ ਆ, ਉਹੀ ਨੀਤੀ ਅਸੀਂ ਲਾਗੂ ਕਰ ਰਹੇ ਹਾਂ। ਨਹੀਂ, ਇਹ ਬਿਲਕੁਲ ਨਹੀਂ ਹੈ ਕਿ ਆਪਣੀਆਂ ਜ਼ਮੀਨਾਂ ਹੜੱਪ ਹੋ ਜਾਣਗੀਆਂ। ਜ਼ਮੀਨਾਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਹੈ, ਕਿਸਾਨ ਦੀ ਜ਼ਮੀਨ ਕੋਲੇ, ਕਿਸਾਨ ਕੋਲੇ ਰਹੂਗੀ। ਦੇਖੋ ਅੱਜ ਕੱਲ੍ਹ ਆਬਾਦੀ ਵੱਧ ਰਹੀ ਹੈ ਦਿਨੋਂ ਦਿਨ, ਔਰ ਵਾਹੀਯੋਗ ਜ਼ਮੀਨ ਘਟ ਰਹੀ ਹੈ। ਵਾਹੀਯੋਗ ਜ਼ਮੀਨ ਘਟਣ ਦੇ ਨਾਲ ਖੇਤੀ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। ਇਸ ਕਰਕੇ ਇਹ ਕੰਟਰੈਕਟ ਫਾਰਮਿੰਗ ਹੀ ਤਾਂ ਇਸੇ ਵੱਲ ਇਸ਼ਾਰਾ ਕਰਦੀ ਹੈ। ਦੇਖੋ ਨਵੀਂ ਟੈਕਨੀਕ ਆਏਗੀ, ਜਦੋਂ ਆਪਾਂ ਕੰਟਰੈਕਟ ਕਰਾਂਗੇ, ਨਵੀਆਂ ਸੰਸਥਾਵਾਂ ਆਉਣਗੀਆਂ, ਨਵੇਂ ਔਜ਼ਾਰ ਆਉਣਗੇ, ਔਰ ਘੱਟ ਵਾਹੀਯੋਗ ਜ਼ਮੀਨ ਦੇ ਵਿੱਚ ਵੱਧ ਉਪਜ ਹੋਊਗੀ। ਅਗਰ ਵੱਧ ਉਪਜ ਹੋਊਗੀ ਤਾਂ ਕਿਸਾਨ ਦੀ ਆਮਦਨ ਵਧੂਗੀ, ਖੁਸ਼ਹਾਲ ਕਿਸਾਨ ਹੋਏਗਾ। ਪਰ ਵਿਰੋਧੀ ਧਿਰਾਂ ਤਾਂ ਕਹਿ ਰਹੀਆਂ ਨੇ ਕਿ ਕਿਸਾਨ ਦੀ ਜ਼ਮੀਨ ਜਿਹੜੀ ਆ ਹੜੱਪ ਹੋ ਜੂਗੀ। ਜੇ GDP ਦੀ ਗੱਲ ਕਰੀਏ ਤਾਂ ਸੈਂਟਰ ਸਰਕਾਰ, ਹੁਣ ਤੁਹਾਡੀ ਸਰਕਾਰ ਹੈ, -23 ਦੇ ਉੱਤੇ ਜਿਹੜੀ GDP ਚਲੀ ਗਈ ਹੈ। ਇੱਕ ਖੇਤੀਬਾੜੀ ਹੀ ਅਜਿਹਾ ਕਿੱਤਾ ਸੀ ਜਿਹਦੇ ਨਾਲ ਜਿਹੜੀ ਆ GDP ਜਿਹੜੀ ਪੰਜਾਬ ਦੀ ਜਾਂ ਇੰਡੀਆ ਦੀ ਜੇ ਗੱਲ ਕਰੀਏ, ਜਿਹੜੀ ਗਰੋਥ ਜਿਹੜੀ ਆ ਵਧਾਈ ਜਾ ਸਕਦੀ ਸੀ, ਇਕਨੋਮੀ ਦੀ ਜੇ ਗੱਲ ਕਰੀਏ। ਪਰ ਖੇਤੀਬਾੜੀ ਨੂੰ ਵੀ ਹੁਣ ਜਿਹੜਾ ਆ ਕਾਰਪੋਰੇਟ ਅਦਾਰਿਆਂ ਦੇ ਅਧੀਨ ਕਰ ਦਿੱਤਾ ਜਾਊਗਾ। ਨਹੀਂ, ਖੇਤੀਬਾੜੀ ਹੁਣ ਤੁਸੀਂ ਆਉਂਦੇ ਸਮੇਂ ਤੱਕ ਦੇਖਿਓ, ਇਹਦੇ ਕਿੰਨੇ ਚੰਗੇ ਪ੍ਰਭਾਵ ਨੇ। ਇਹ ਸਾਰਾ ਮਸਲਾ ਆਪਣੇ ਆਪ ਹੀ ਹੱਲ ਹੋ ਜਾਊਗਾ। ਬਾਕੀ ਜੇ ਕੋਈ ਡਿਸਪਿਊਟ ਪੈਂਦਾ ਕੋਈ ਵੀ ਦੋ ਧਿਰਾਂ ਦੇ ਵਿੱਚ, ਆਫਟਰ ਆਲ ਟੇਬਲ ਟਾਕ ਹੈ ਨਾ, ਇੱਕ ਦੂਸਰੇ ਨੂੰ ਮਿਲ ਕੇ ਸਮਝ ਕੇ ਸਮਝਾ ਕੇ ਕੋਈ ਤੀਸਰਾ ਰਸਤਾ ਨਿਕਲਿਆ ਜਾ ਸਕਦਾ ਹੈ ਨਾ। ਪਰ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਤੇ ਇਹ ਵੀ ਹੋ ਜਾਊਗਾ। ਪਰ ਟੇਬਲ ਟਾਕ ਦੀ ਜੇ ਗੱਲ ਕਰੀਏ, ਹੁਣ ਕਿਉਂ ਨਹੀਂ ਕੀਤੀ ਜਾ ਰਹੀ ਟੇਬਲ ਟਾਕਿੰਗ? ਕਿਸਾਨ ਜਿਹੜੇ ਆ ਸੜਕਾਂ ਦੇ ਉੱਤੇ ਆ, ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਆ, ਰਾਜਸਥਾਨ ਦੇ ਕਿਸਾਨ, ਉਹ ਤਾਂ BJP ਆਗੂਆਂ ਨੂੰ ਘੇਰ ਰਹੇ ਆ। ਤੁਹਾਡੇ ਵੀ ਗੇਟ ਦੇ ਅੱਗੇ ਜਿਹੜਾ ਆ ਕਿਸਾਨ ਆਗੂ ਬੈਠੇ ਹੋਏ ਨੇ, ਉਹਨਾਂ ਨੂੰ ਮਨਜ਼ੂਰ ਹੀ ਨਹੀਂ। ਤਾਂ ਫਿਰ ਕਿਉਂ ਜਿਹੜਾ ਆ ਇਹ ਕਾਨੂੰਨ ਜਿਹੜਾ ਪਾਸ ਕੀਤਾ ਗਿਆ, ਜਦੋਂ ਕਿਸਾਨਾਂ ਨੂੰ ਨਹੀਂ ਮਨਜ਼ੂਰ ਉਹਨਾਂ ਦੀ, ਜੇ ਤੁਸੀਂ ਭਲਾਈ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੇ? ਦੇਖੋ ਜੋ ਪਹਿਲਾਂ ਦੀ ਵਿਵਸਥਾ ਹੈ ਉਹ ਤਾਂ ਜਿਉਂ ਦੀ ਤਿਉਂ ਰਹੂਗੀ, ਅਸੀਂ ਕੋਈ ਬਦਲੀ ਤਾਂ ਨਹੀਂ। ਔਰ ਕਿਸਾਨ ਨੂੰ ਕੋਈ ਜ਼ਬਰਦਸਤੀ ਤਾਂ ਨਹੀਂ ਕਿ ਆਪਣੀ ਫਸਲ ਬਾਹਰ ਹੀ ਲੈ ਕੇ ਜਾਵੇ, ਵਨ ਨੇਸ਼ਨ ਵਨ ਮਾਰਕੀਟ ਦੇ ਵਿੱਚ ਹੀ। ਅਗਰ ਉਹ ਚਾਹੁੰਦੇ ਆ ਤਾਂ ਇੱਥੇ ਵੇਚ ਲੈਣ। ਜੋ ਪੁਰਾਣਾ ਸਿਸਟਮ ਜਦੋਂ ਉਵੇਂ ਚੱਲੀ ਜਾਊਗਾ। ਜਦੋਂ ਸਾਰਾ ਕਾਰਪੋਰੇਟ ਅਦਾਰਿਆਂ ਦੇ ਅਧੀਨ ਹੋ ਗਿਆ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਜਿਹੜਾ ਆ ਸਰਕਾਰੀ ਮੰਡੀਆਂ ਉਸੇ ਤਰ੍ਹਾਂ ਕਾਮਯਾਬ ਰਹਿਣਗੀਆਂ, ਉਸੇ ਤਰ੍ਹਾਂ ਜਿਹੜਾ ਆ ਉਹ ਬਣੀਆਂ ਰਹਿਣਗੀਆਂ? ਬਿਲਕੁਲ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ, ਖੇਤੀਬਾੜੀ ਮੰਤਰੀ ਤੋਮਰ ਜੀ ਨੇ ਬਾਰ-ਬਾਰ ਕਹਿ ਰਹੇ ਨੇ MSP ਚੱਲਦੀ ਰਹੂਗੀ, ਮੰਡੀਆਂ ਦੀ ਵਿਵਸਥਾ ਉਸੇ ਤਰ੍ਹਾਂ ਚੱਲਦੀ ਰਹੂਗੀ, ਸਰਕਾਰੀ ਏਜੰਸੀ ਉਸੇ ਤਰ੍ਹਾਂ ਖਰੀਦ ਕਰਦੀਆਂ ਰਹਿਣਗੀਆਂ। ਅਗਰ ਕਿਸਾਨ ਦੀ ਮਰਜ਼ੀ ਹੈ ਉਹ ਮੰਡੀਆਂ ਵਿੱਚ ਵੇਚੇ, ਉਹਨਾਂ ਦੀ ਮਰਜ਼ੀ ਹੈ ਵਨ ਨੇਸ਼ਨ ਵਨ ਮਾਰਕੀਟ ਦੇ ਵਿੱਚ ਜਾ ਕੇ ਅਗਰ MSP ਤੋਂ ਰੇਟ ਕਿਤੇ ਹੋਰ ਵੱਧ ਮਿਲਦਾ ਹੈ ਤਾਂ ਉੱਥੇ ਜਾ ਕੇ ਵੇਚ ਲੈ। ਉਹ ਤਾਂ ਕਿਸਾਨ ਦੀ ਆਪਣੀ ਮਰਜ਼ੀ ਹੈ ਨਾ। ਕੰਟਰੈਕਟ ਕਰਨਾ ਵੀ ਕਿਸਾਨ ਦੀ ਆਪਣੀ ਮਰਜ਼ੀ ਹੈ। ਔਰ ਜੇ ਠੇਕੇ ਤੇ ਜੋ ਕਹਿੰਦੇ ਉਹ ਠੇਕੇ ਤੇ ਜ਼ਮੀਨ ਦੇਤੀ, ਹੜੱਪ ਕਰ ਜਾਣਗੇ। ਔਰ ਜ਼ਮੀਨ ਨਾਲ ਕੋਈ ਕੰਟਰੈਕਟ ਹੋਣਾ ਹੈ, ਕੰਟਰੈਕਟ ਤਾਂ ਉਹਨਾਂ ਦੀ ਫਸਲ ਨਾਲ ਹੋਣਾ ਹੈ ਨਾ। ਪਰ ਵਿਰੋਧੀ ਧਿਰਾਂ ਜਿਹੜੀਆਂ ਕਹਿ ਰਹੀਆਂ ਨੇ ਕਿ ਇਹ ਜੋ ਵਾਅਦਾ ਕਰਦੇ ਨੇ, ਨਰਿੰਦਰ ਤੋਮਰ ਜੀ ਤੁਹਾਡੇ ਖੇਤੀਬਾੜੀ ਮੰਤਰੀ ਜੋ ਲਾਏ ਗਏ ਨੇ, ਉਹਨਾਂ ਦੀ ਜੇ ਗੱਲ ਕਰੀਏ, BJP ਸਰਕਾਰ, ਸੈਂਟਰ ਸਰਕਾਰ ਵਾਅਦਾ ਕਰ ਰਹੀ ਹੈ ਕਿ ਮੰਡੀ ਜਿਹੜੀ ਵਿਵਸਥਾ ਉਵੇਂ ਚੱਲਦੀ ਰਹੂਗੀ, MSP ਉਵੇਂ ਰਹੂਗਾ। ਵੱਖ-ਵੱਖ ਵਿਰੋਧੀ ਪਾਰਟੀਆਂ ਨਿਸ਼ਾਨੇ ਸਾਧ ਰਹੀਆਂ ਨੇ ਕਿ ਜਿਹੜਾ ਆ ਸੈਂਟਰ ਸਰਕਾਰ ਤਾਂ 1947 ਤੋਂ ਵੱਖ-ਵੱਖ ਸੂਬਿਆਂ ਨਾਲ ਜਿਹੜਾ ਆ ਵਾਅਦੇ ਕਰਦੀ ਆਈ ਆ। ਕੋਈ ਸੈਂਟਰ ਸਰਕਾਰ ਹੋਵੇ, ਚਾਹੇ ਨਹਿਰੂ ਦੀ ਸਰਕਾਰ ਹੋਵੇ, ਉਸ ਤੋਂ ਬਾਅਦ ਜਨਸੰਘ ਦੀ ਆਉਂਦੀ ਆ, ਹੁਣ BJP ਦੀ ਜੇ ਆਪਾਂ ਗੱਲ ਕਰੀਏ ਤਾਂ
370 ਜਿਹੜੀ ਹਟਾਈ ਗਈ ਹੈ ਕਸ਼ਮੀਰ ਦੇ ਵਿੱਚੋਂ, ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ MSP ਵੀ ਹਟਾਈ ਜਾ ਸਕਦੀ ਹੈ, ਇਸੇ ਤਰੀਕੇ ਨਾਲ ਕਿਸਾਨ ਸਰਕਾਰ ਜਿਹੜੀ ਹੈ ਕੋਈ ਨਾ ਕੋਈ ਪਾਲਿਸੀ ਇਸੇ ਤਰ੍ਹਾਂ ਬਣਾ ਸਕਦੀ ਹੈ। ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ। ਇਹ ਸਾਰੀ ਵਿਵਸਥਾ ਉਸੇ ਤਰ੍ਹਾਂ ਚੱਲਦੀ ਰਹੂਗੀ। ਇਹ ਰਾਜਸੀ ਪਾਰਟੀਆਂ, ਕਾਂਗਰਸ ਪਾਰਟੀ, ਉਸ ਦੀ ਬੀ ਟੀਮ, ਆਮ ਆਦਮੀ ਪਾਰਟੀ, ਅਕਾਲੀ ਦਲ, ਜੋ ਸਭ ਤੋਂ ਵੱਧ ਰੌਲਾ ਇਹਨਾਂ ਆਰਡੀਨੈਂਸ ਬਾਰੇ ਪਾਉਂਦਾ ਸੀ ਕਿ ਆਰਡੀਨੈਂਸ ਬਹੁਤ ਵਧੀਆ ਹੈ, ਆਰਡੀਨੈਂਸ ਬਹੁਤ ਵਧੀਆ ਹੈ, ਸਭ ਤੋਂ ਸਾਡੇ ਤੋਂ ਵੱਧ ਪ੍ਰਸ਼ੰਸਾ ਕਰਦਾ ਸੀ। ਔਰ ਜਦੋਂ ਪਾਸ ਹੋਏ ਹਰਸਿਮਰਤ ਜੀ ਉੱਥੇ ਸ਼ਾਮਲ ਸਨ, ਉਹਦੇ ਵਿੱਚ ਸਹਿਮਤੀ ਦੇ ਕੇ ਆਏ ਨੇ, ਤੇ ਹੁਣ ਕਿਹੜਾ ਮਾੜੇ ਹੋ ਗਏ। ਤੇ ਕਾਂਗਰਸ ਪਾਰਟੀ ਦੀ ਗੱਲ ਸੁਣ ਲਓ। ਕਾਂਗਰਸ ਦੇਖੋ, ਇਹਨਾਂ ਦੀ ਮੈਨੀਫੈਸਟੋ ਦੇ ਵਿੱਚ ਹੈ 2014 ਦੇ ਵਿੱਚ ਵੀ ਸੀ ਔਰ 19 ਦੇ ਵਿੱਚ ਵੀ ਸੀ। ਤੇ ਜਦੋਂ ਮੈਨੀਫੈਸਟੋ ਦੇ ਵਿੱਚ ਹੈ ਔਰ CM ਸਹਿਮਤੀ ਦੇ ਕੇ ਆਏ ਨੇ, ਮਨਪ੍ਰੀਤ ਸਾਹਿਬ ਸਹਿਮਤੀ ਦੇ ਕੇ ਆਏ ਨੇ, ਤੇ ਇਹਨਾਂ ਦੀ ਮਹਾਰਾਸ਼ਟਰ ਵਿੱਚ ਸਰਕਾਰ ਹੈ, ਉੱਥੇ ਲਾਗੂ ਨੇ। ਤੇ ਹੁਣ ਪੰਜਾਬ 'ਚ ਆ ਕੇ ਮਾੜੇ ਹੋ ਗਏ। ਹੁਣ ਰਾਹੁਲ ਜੀ ਇੱਥੇ ਆਏ ਸੀ, ਦੇਖੋ ਧਰਨੇ ਤੇ ਬੈਠੇ ਕਿਸਾਨ ਉਹਨਾਂ ਦੇ ਮੂੰਹ ਵੱਲ ਦੇਖਦੇ ਰਹੇ, ਤੇ ਉਹਨਾਂ ਨੂੰ ਦੇਖੇ ਤੱਕ ਨਹੀਂ, ਝਾਕੇ ਤੱਕ ਨਹੀਂ, ਮਿਲੇ ਤੱਕ ਨਹੀਂ ਕਿ ਇਹ ਕਿਸਾਨ ਹਿਤੈਸ਼ੀ ਹੈ। ਕਿਸਾਨਾਂ ਨਾਲ ਝੂਠਾ ਵਾਅਦਾ ਉਹ ਇਹ ਗੱਲ ਕਹਿੰਦੇ ਆ, ਵਿਰੋਧੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਕਿ ਸੈਂਟਰ ਦੇ ਨੁਮਾਇੰਦੇ ਕਿੰਨੇ ਕਾਏ ਆ ਜਿਹੜੇ ਕਿਸਾਨਾਂ ਨੂੰ ਮਿਲਣ ਗਏ ਆ? ਕੌਣ ਮਿਲਿਆ ਹੁਣ ਤੱਕ ਕਿਹੜਾ ਤੁਹਾਡਾ ਲੀਡਰ ਜਿਹੜਾ ਆ ਕਿਸਾਨਾਂ ਨੂੰ ਮਿਲਣ ਗਿਆ? ਦੇਖੋ, ਜਿਹੜੇ ਸਾਡੇ ਸਾਹਮਣੇ ਹੁਣ ਧਰਨੇ ਤੇ ਕਿਸਾਨ ਵੀਰ ਬੈਠੇ ਨੇ, ਇਹਨਾਂ ਦੀ ਸਿੱਧੀ ਮੰਤਰੀ ਨਾਲ ਗੱਲ ਕਰਾਈ ਹੈ, ਔਰ ਗੱਲ ਸਿਰਫ 15 ਮਿੰਟ ਘੱਟੋ ਘੱਟ ਚੱਲਦੀ ਰਹੀ ਹੈ, ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੋ ਵਿਵਸਥਾ ਹੈ ਉਵੇਂ ਚੱਲਦੀ ਰਹੂਗੀ। ਫਿਰ ਵੀ ਤੁਹਾਨੂੰ ਕੋਈ ਸ਼ੱਕ ਹੈ, ਸੁਵਿਧਾ ਹੈ, ਜਾਂ ਕੋਈ ਤੁਹਾਡੇ ਰਾਏ ਹੈ, ਵਿਚਾਰ ਹੈ, ਤੁਸੀਂ ਮੈਨੂੰ ਮਿਲ ਸਕਦੇ ਨੇ। ਮੇਰੇ ਦਰਵਾਜ਼ੇ ਖੁੱਲ੍ਹੇ ਨੇ ਹਮੇਸ਼ਾ, ਜਾਂ ਲਿਖ ਕੇ ਦੇ ਸਕਦੇ ਨੇ, ਹਮੇਸ਼ਾ ਅਸੀਂ ਨਾਲ ਹਾਂ। ਤਾਂ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਇਹ ਤਾਂ ਜਿਹੜੀ ਹੈ ਜੀ ਜੀਓ ਪੋਲੀਟਿਕਸ ਕਰ ਰਹੇ ਆ, ਕੀ ਕਹੋਗੇ? ਨਹੀਂ ਨਹੀਂ ਨਹੀਂ, ਵਿਰੋਧੀ ਪਾਰਟੀਆਂ ਤਾਂ ਸਿਰਫ ਵਿਰੋਧ ਕਰਨ ਦੇ ਲਈ ਹੀ ਵਿਰੋਧ ਕਰਦੀਆਂ ਨੇ। ਅਦਰਵਾਈਜ਼ ਇਹਨਾਂ ਨੂੰ ਵੀ ਪਤਾ ਹੈ ਆਰਡੀਨੈਂਸ ਬਹੁਤ ਵਧੀਆ ਹੈ, ਕਿਸਾਨਾਂ ਨੂੰ ਵੀ ਪਤਾ ਹੈ, ਵਿਰੋਧੀ ਪਾਰਟੀਆਂ ਨੂੰ ਵੀ ਪਤਾ ਹੈ। ਇਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਲੱਭਦਾਗਾ ਸੈਂਟਰ ਸਰਕਾਰ ਦੇ ਪ੍ਰਤੀ, ਕਿਉਂਕਿ ਦੇਖੋ ਕਾਂਗਰਸ ਜੋ ਸਰਕਾਰ ਹੈ, ਮਾਫੀਆ ਸਰਕਾਰ ਬਣ ਗਈ। ਡਰੱਗਸ ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ, ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਉਹ ਆਪਣੇ ਦੇਖੋ ਹੁਣ SC ਵਿਦਿਆਰਥੀਆਂ ਦਾ ਵਜੀਫਾ ਹੀ ਖਾ ਗਏ 64 ਲੱਖ ਦਾ। ਉਹ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਉਹ ਜਨਤਾ ਦਾ ਧਿਆਨ ਇੱਧਰ ਕਨਵਰਟ ਕਰ ਰਹੀ ਹੈ, ਅਦਰਵਾਈਜ਼ ਕੋਈ ਗੱਲ ਨਹੀਂ। ਕਿਸਾਨ ਤਾਂ ਜੀ ਕਿਤੇ ਨਾ ਕਿਤੇ ਜਿਹੜਾ ਆ ਸੈਂਟਰ ਸਰਕਾਰ ਨੂੰ ਤਾਂ ਘੇਰ ਹੀ ਰਹੇ ਨੇ, ਪਰ ਉਹ ਤਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਵੀ ਘੇਰ ਰਹੇ ਆ। ਉਹ ਤਾਂ ਅਕਾਲੀ ਦਲ ਨੂੰ ਵੀ ਘੇਰ ਰਹੇ ਆ, ਨਿਸ਼ਾਨੇ ਸਾਧ ਰਹੇ ਆ ਅਕਾਲੀ ਦਲ ਤੇ, ਕਾਂਗਰਸ ਨੂੰ ਵੀ ਘੇਰ ਰਹੇ ਆ। ਉਹ ਤਾਂ ਤਿੰਨਾਂ ਨੂੰ ਇੱਕੋ ਕਤਾਰ ਦੇ ਵਿੱਚ ਖੜਾ ਕਰਦੇ ਆ। ਦੂਸਰੀ ਗੱਲ ਜੇ ਕਹੀਏ ਵੀ ਲੀਡਰਾਂ ਕੋਲੇ, ਪੰਜਾਬ ਦੀਆਂ ਪਾਰਟੀਆਂ ਕੋਲੇ, ਜੇ ਤੁਸੀਂ ਕਹਿੰਦੇ ਹੋ ਵੀ ਸੈਂਟਰ ਸਰਕਾਰ ਖਿਲਾਫ ਕੋਈ ਮੁੱਦਾ ਨਹੀਂ, ਉਹ ਤਾਂ ਹਾਥਰਸ ਕੇਸ ਤੇ ਵੀ ਕਹਿੰਦੇ ਆ। ਉੱਥੇ ਵੀ ਯੋਗੀ ਦੀ ਸਰਕਾਰ ਆ ਆਪਣਾ UP ਦੇ ਵਿੱਚ, ਉੱਥੇ ਹਾਥਰਸ ਕੇਸ ਹੁੰਦਾ ਹੈ। ਉਸ ਬੇਟੀ ਦੀ ਜਿਹੜਾ ਆ, ਉਸ ਲੜਕੀ ਦੀ 7 ਦਿਨ ਬਾਅਦ ਰਿਪੋਰਟ ਆਉਂਦੀ ਹੈ ਕਿ ਉਸ ਦੇ ਸਰੀਰ ਦੇ ਵਿੱਚ ਸੀਮਨ ਨਹੀਂ ਮਿਲਿਆ। ਡਾਕਟਰ ਇਹ ਗੱਲ ਆਖਦੇ ਨੇ ਕਿ ਸੀਮਨ ਨਹੀਂ ਮਿਲਿਆ, ਉਹਦਾ ਤਾਂ ਰੇਪ ਹੀ ਨਹੀਂ ਹੋਇਆ ਜੀ। ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਹੈ ਉਹਦਾ ਮੂੰਹ ਨਹੀਂ ਵਿਖਾਇਆ ਜਾਂਦਾ। ਯੋਗੀ ਜੀ ਆਜ ਤੱਕ ਦੇ ਉੱਤੇ ਬੈਠ ਕੇ ਕਹਿੰਦੇ ਨੇ, ਬਿਆਨ ਆਉਂਦਾ ਉਹਨਾਂ ਦਾ ਬਿਆਨ ਲਾਇਆ ਜਾਂਦਾ ਹੈ ਕਿ ਠਾਕੁਰਾਂ ਦਾ ਖੂਨ ਗਰਮ ਹੈ, ਕਦੇ ਨਾ ਕਦੇ ਠਾਕੁਰਾਂ ਤੋਂ ਗਲਤੀਆਂ ਹੋ ਜਾਂਦੀਆਂ। ਕੀ ਠਾਕੁਰਾਂ ਦਾ ਖੂਨ ਉਸ ਵੇਲੇ ਠੰਡਾ ਹੋ ਗਿਆ ਸੀ ਜਦੋਂ ਭਾਰਤ ਦੀਆਂ ਕੁੜੀਆਂ ਨੂੰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਸੀ? ਇਹ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ, ਨਿਸ਼ਾਨੇ ਕੱਸਦੀਆਂ ਨੇ, ਕੀ ਕਹੋਗੇ ਇਹਦੇ ਤੇ? ਦੇਖੋ, ਜੋ ਹਾਥਰਸ ਕਾਂਡ ਹੋਇਆ ਬਹੁਤ ਮਾੜੀ ਗੱਲ ਹੈ, ਸ਼ਰਮਨਾਕ ਘਟਨਾ ਹੈ। ਪਰ ਜਿਹੜੇ ਜਿੰਨੇ ਆਫੀਸਰ ਹੈ ਸਸਪੈਂਡ ਕੀਤੇ ਗਏ ਨੇ, ਜੋ ਵੀ ਦੋਸ਼ੀ ਹੋਣਗੇ ਇਹਦੇ ਵਿੱਚ ਬਖਸ਼ੇ ਨਹੀਂ ਜਾਣਗੇ, ਜਿੰਨੇ ਵੀ ਹੈ। ਕਿਉਂ ਕਦੇ ਵੀ ਜੋ BJP ਸਰਕਾਰ ਹੈ ਧੱਕਾ ਸਹਿੰਦੀ ਨਹੀਂ, ਉਹ ਸਭ ਨੂੰ ਜਿੰਨੇ ਵੀ ਦੋਸ਼ੀ ਹੈ ਸਜ਼ਾ ਮਿਲ ਕੇ ਹੀ ਰਹੇਗੀ। ਦੂਸਰੀ ਗੱਲ ਕੀਤੀ ਹੈ ਤੁਸੀਂ, ਹੋਰ ਜਿਹੜੇ ਆਪਣਾ ਮੁੱਦੇ ਨਹੀਂ ਇਹਨਾਂ ਨੂੰ ਮਿਲ ਰਹੇ। ਜੇ ਪੰਜਾਬੀ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚੋਂ ਪੰਜਾਬੀ ਜਿਹੜੀ ਆ ਖਤਮ ਕਰ ਦਿੱਤੀ ਗਈ ਆ, ਉਹਦੇ ਤੇ ਕੀ ਕਹੋਗੇ? ਪੰਜਾਬ ਦੀ ਜਿਹੜੀ ਸਿਆਸਤ ਆ ਉਸ ਚੀਜ਼ ਨੂੰ ਲੈ ਕੇ ਵੀ ਗਰਮ ਹੈ ਕਿ BJP ਜਿਹੜੀ ਆ ਉਹ ਘੱਟ ਗਿਣਤੀਆਂ ਦੇ ਵਿਰੋਧ 'ਚ ਹੈ, ਕੀ ਕਹੋਗੇ? ਨਹੀਂ ਨਹੀਂ ਨਹੀਂ, BJP ਤਾਂ ਸਭ ਨੂੰ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ, ਹਰ ਇੱਕ ਵਰਗ ਨੂੰ, ਕਿਸਾਨ ਹੋਵੇ, ਵਪਾਰੀ ਹੋਵੇ, ਮਜ਼ਦੂਰ ਹੋਵੇ, ਕੋਈ ਵੀ ਵਰਗ ਹੋਵੇ, ਉਹਦਾ ਏਜੰਡਾ ਹੀ ਨਾਲ ਲੈ ਕੇ ਚੱਲਣਾ ਹੈ, ਸਭ ਦਾ ਵਿਕਾਸ ਕਰਨਾ ਹੈ। ਉਹ ਜੋ ਕਰਦੀ ਹੈ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਕਰਦੀ ਹੈ। ਵਿਰੋਧੀ ਪਾਰਟੀਆਂ, ਭਗਵੰਤ ਮਾਨ ਵਾਰ-ਵਾਰ ਕਹਿੰਦੇ ਨੇ ਕਿ ਸਾਰਿਆਂ ਦਾ ਵਿਕਾਸ ਨਹੀਂ, ਇਹ ਤਾਂ ਇਕੱਲੇ ਅੰਬਾਨੀਆਂ ਅਡਾਨੀਆਂ ਦਾ ਵਿਕਾਸ ਹੋ ਰਿਹਾ। ਜੋ ਹੁਣ ਦਾ ਦੌਰ ਆ ਇਹ ਤਾਂ ਅੰਬਾਨੀਆਂ ਤੇ ਅਡਾਨੀਆਂ ਦਾ ਵਿਕਾਸ ਹੋ ਰਿਹਾ, ਕੀ ਕਹੋਗੇ? ਮੈਂ ਦੇਖੋ ਜੀ, ਤੁਹਾਨੂੰ ਪਹਿਲਾਂ ਪਿਛਲੀਆਂ ਸਰਕਾਰਾਂ ਵੇਲੇ ਹਜ਼ਾਰਾਂ ਟਨ ਅਨਾਜ ਖਰਾਬ ਹੋ ਜਾਂਦਾ ਸੀ, ਖੁੱਲ੍ਹੇ ਦੇ ਵਿੱਚ ਪਿਆ ਸੜ ਜਾਂਦਾ ਸੀ, ਕੀੜੇ ਪੈ ਜਾਂਦੇ ਸੀ, ਭਿੱਜ ਜਾਂਦਾ ਸੀਗਾ। ਔਰ ਦੇਖੋ ਹੱਡ ਚੀਰਵੀਂ ਮਿਹਨਤ ਨਾਲ ਕਿਸਾਨਾਂ ਦਾ ਪੈਦਾ ਕੀਤਾ ਹੋਇਆ ਅਨਾਜ ਖਰਾਬ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ ਖਰਾਬ ਹੁੰਦਾ ਅਨਾਜ ਨਹੀਂ ਦੇਖ ਸਕਦੀ। PPP
ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਅਧੀਨ ਵੱਡੇ ਵੱਡੇ ਗੋਦਾਮ ਹੋਣਗੇ, ਟਰਾਂਸਪੋਰਟੇਸ਼ਨ ਦੀ ਵਧੀਆ ਹੋਵੇਗੀ, ਔਰ ਜੋ ਪੈਦਾ ਕੀਤਾ ਹੋਇਆ ਅਨਾਜ ਆ ਕਿਸਾਨਾਂ ਦਾ ਦਾਣਾ ਦਾਣਾ ਸੰਭਾਲਿਆ ਜਾਊਗਾ, ਰਾਸ਼ਟਰ ਹਿੱਤ ਦੇ ਵਿੱਚ ਵਰਤਿਆ ਜਾਊਗਾ। ਤਾਂ ਵਿਰੋਧੀ ਪਾਰਟੀਆਂ ਇਹ ਆਖ ਰਹੀਆਂ ਨੇ ਕਿ ਜਦੋਂ ਇੰਡੀਆ ਦੇ ਕੋਲ ਜਿਹੜਾ ਆ ਅਨਾਜ ਨਹੀਂ ਸੀ, 1951 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਮੁਹਿੰਮ ਚੱਲੀ ਸੀ ਕਿ ਤੁਸੀਂ $5 ਜਿਹੜਾ ਆ ਦਾਨ ਕਰੋ, ਭਾਰਤ ਦਾ ਇੱਕ ਨਾਗਰਿਕ ਜਿਹੜਾ ਆ 100 ਪਾਉਂਡ ਕਣਕ ਉਹਦੇ ਨਾਲ ਆ ਜੂਗੀ, ਤੇ ਉਹ 200 ਦਿਨ ਜਿਹੜਾ ਆ ਉਸ ਕਣਕ ਦੇ ਨਾਲ, ਉਸ ਅਨਾਜ ਦੇ ਨਾਲ ਜਿਹੜਾ ਆ ਆਪਣਾ ਢਿੱਡ ਭਰ ਸਕੂਗਾ। ਉਦੋਂ ਤਾਂ $5 ਜਿਹੜਾ ਆ ਸੈਂਟਰ ਸਰਕਾਰ ਮੰਗ ਰਹੀ ਸੀ। ਉਸ ਸਮੇਂ ਦੀ ਜੇ ਗੱਲ ਕਰੀਏ, ਕਾਂਗਰਸ ਸਰਕਾਰ ਸੀ ਉਸ ਵੇਲੇ ਜਦੋਂ ਹਰੀ ਕ੍ਰਾਂਤੀ ਨਹੀਂ ਆਈ ਸੀ ਇੰਡੀਆ ਦੇ ਵਿੱਚ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਜਿਹੜੇ ਕਿਸਾਨ ਸੀ ਉਹਨਾਂ ਤੋਂ ਇੰਡੀਆ ਦਾ ਜਿਹੜਾ ਅਨਾਜ ਭੰਡਾਰ ਆ ਜਿਹੜਾ ਉਹ ਭਰਾ ਲਏ ਗਏ। ਉਸ ਤੋਂ ਬਾਅਦ ਰਸਾਇਣਿਕ ਖਾਦਾਂ ਦੇ ਵੱਸ ਪਾਤਾ, ਝੋਨੇ ਤੇ ਕਣਕ ਦੇ ਗੇੜ ਦੇ ਵਿੱਚ ਪਾਤਾ, ਮੁੜ ਕੇ ਮਾਰਕਫੈਡ ਜਿਹੜੀ ਆ ਖਤਮ ਕਰਤੀ। ਹੁਣ ਕਾਰਪੋਰੇਟ ਅਦਾਰਿਆਂ ਦਾ ਕੀ ਮਤਲਬ ਹੈ? ਮਾਰਕਫੈਡ ਜਿਹੜੀ ਆ ਕਿਉਂ ਖਤਮ ਕੀਤੀ ਗਈ? ਵਿਰੋਧੀ ਧਿਰਾਂ ਇਹ ਆਖ ਰਹੀਆਂ ਨੇ। ਨਹੀਂ, ਮਾਰਕੀਟ ਕਮੇਟੀ ਕੌਣ ਕਹਿੰਦਾ ਖਤਮ? ਮਾਰਕਫੈਡ ਸਰਕਾਰੀ ਏਜੰਸੀਆਂ ਉਸੇ ਤਰ੍ਹਾਂ ਰਹਿਣਗੀਆਂ। ਮੈਂ ਤੁਹਾਨੂੰ ਪਹਿਲਾਂ ਕਿਹਾ ਉਸੇ ਤਰ੍ਹਾਂ ਖਰੀਦਦੀਆਂ ਰਹਿਣਗੀਆਂ। ਪਹਿਲੀ ਵਿਵਸਥਾ ਉਸੇ ਤਰ੍ਹਾਂ ਰਹੂਗੀ, ਕੋਈ ਬਦਲਾਅ ਨਹੀਂ ਆਇਆ, ਜਿਵੇਂ ਹੈਗੀ ਹੈ ਜਿਉਂ ਦੀ ਤਿਉਂ ਰਹੂਗੀ। ਇਹ ਸਿਰਫ ਕਿਸਾਨਾਂ ਨੂੰ ਇੱਕ ਖੁੱਲ੍ਹਾ ਬਾਜ਼ਾਰ ਦੇਤਾ, ਔਰ ਖੁੱਲ੍ਹੇ ਬਾਜ਼ਾਰ ਦੇ ਵਿੱਚ ਟੈਕਸ ਨਹੀਂ ਪੈਂਦਾ, ਕੋਈ ਬੈਰੀਅਰ ਨਹੀਂ ਪੈਂਦਾ। ਫਾਇਦਾ ਕਿਹਦਾ ਹੈ? ਕਿਸਾਨ ਦਾ। ਔਰ 3 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਦੇਣੀ ਪਊਗੀ। ਫਾਇਦਾ ਉਹ ਜੇ 1 ਦਿਨ ਵੀ ਲੇਟ ਹੁੰਦੀ ਹੈ ਤਾਂ ਜੁਰਮਾਨਾ ਦੇਊਗਾ। ਫਾਇਦਾ ਕਿਹਦਾ ਹੈ? ਕਿਸਾਨ ਦਾ। ਕੰਟਰੈਕਟ ਫਾਰਮਿੰਗ ਦੇ ਜਿਹੜੀ ਆਪਾਂ ਕਹਿੰਦੇ ਆ ਬੀਜਣ ਤੋਂ ਪਹਿਲਾਂ ਹੀ ਕੰਟਰੈਕਟ ਕਰ ਲਈਏ, ਜੇ ਸਾਰੀ ਫਸਲ ਖਰਾਬ ਹੋ ਗਈ ਤਾਂ ਵਪਾਰੀ ਨੂੰ ਪੈਸਾ ਦੇਣਾ ਪਊਗਾ। ਫਾਇਦਾ ਕਿਹਦਾ ਹੈ? ਕਿਸਾਨ ਦਾ। ਔਰ ਜੇ ਬਾਈ ਦੀ ਵੇ ਡਿਸਪਿਊਟ ਹੁੰਦਾ ਹੈ ਤਾਂ ਵਪਾਰੀ ਨੂੰ ਸਾਰੇ ਪੈਸੇ ਦੇਣੇ ਪੈਣਗੇ, ਔਰ ਕਿਸਾਨ ਨੂੰ ਸਿਰਫ ਬੀਜ ਜਾਂ ਉਹਦੀ ਜੋ ਮਾੜੀ ਖਾਦ ਦਿੱਤੀ ਹੈ ਮਾੜਾ ਮੋਟਾ ਲਿਆ ਤਾਂ ਉਹੀ ਦੇਣਾ ਪਊ। ਫਾਇਦਾ ਕਿਹਦਾ ਹੈ? ਕਿਸਾਨ ਦਾ। ਔਰ ਇਹਦੇ ਜੋ ਆਪਣਾ ਕੰਟਰੈਕਟ ਕੀਤਾ ਜ਼ਮੀਨ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ, ਉਹਦੀ ਫਸਲ ਨਾਲ ਕੀਤਾ ਹੈ ਤਾਂ ਜ਼ਮੀਨ ਤਾਂ ਉਹਦੇ ਕੋਲ ਹੈ ਨਾ। ਫਾਇਦਾ ਕਿਹਦਾ? ਕਿਸਾਨ ਦਾ। ਗੁਰਜੀਤ ਔਜਲਾ ਜੀ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਵੱਲੋਂ, ਉਹ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਸਾਨੂੰ ਇੱਕ ਚਾਕਲੇਟ ਖਵਾਉਣਾ ਚਾਹੁੰਦੀ ਹੈ ਤੇ ਅਸੀਂ ਉਹ ਚਾਕਲੇਟ ਖਾਣੀ ਨਹੀਂ ਚਾਹੁੰਦੇ। ਕਿਸਾਨ ਕਹਿੰਦੇ ਅਸੀਂ ਤਾਂ ਫਾਇਦਾ ਲੈਣੇ ਨਹੀਂ ਚਾਹੁੰਦੇ, ਜੋ ਚੱਲ ਰਿਹਾ ਉਵੇਂ ਚੱਲਦਾ ਰਹਿਣ ਦਿਓ। ਕਿਉਂ ਜਿਹੜਾ ਆ ਇਹ ਕਾਨੂੰਨ ਪਾਸ ਕੀਤੇ ਜਾ ਰਹੇ ਆ ਜਦੋਂ ਉਹ ਕਹਿੰਦੇ ਸਾਨੂੰ ਇਹ ਕਾਨੂੰਨ ਜਿਹੜੇ ਆ ਮਨਜ਼ੂਰ ਨਹੀਂਗੇ, ਪਸੰਦ ਨਹੀਂਗੇ। ਦੂਸਰੀ ਗੱਲ, ਤਰੁਣ ਚੁੱਗ ਜੀ ਇਹ ਗੱਲ ਆਖ ਰਹੇ ਨੇ ਕਿ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਅਸੀਂ 117 ਦੀਆਂ 17 ਸੀਟਾਂ ਤੇ ਜਿਹੜਾ ਆ ਲੜਾਂਗੇ। ਅੱਜ ਕਿਸਾਨ ਤੁਹਾਡੇ 12 ਦੇ ਅੱਗੇ ਨੇ। ਅੱਜ ਕਿਸਾਨ ਜਿਹੜੇ ਆ ਧਰਨੇ ਦੇ ਰਹੇ ਨੇ, ਸੈਂਟਰ ਸਰਕਾਰ ਦੇ ਖਿਲਾਫ ਖੜੇ ਨੇ। ਤੁਹਾਨੂੰ ਜਿਹੜਾ ਆ ਘੇਰਿਆ ਜਾ ਰਿਹਾ ਹਰ ਥਾਵਾਂ ਤੇ ਬੀਜੇਪੀ ਦੇ ਆਗੂਆਂ ਨੂੰ। ਕੀ ਲੱਗਦਾ ਹੈ ਸੈਂਟਰ ਸਰਕਾਰ ਕੀ ਲੱਗਦਾ ਹੈ ਬੀਜੇਪੀ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਇੱਕ ਵੀ ਸੀਟ ਲਿਜਾ ਸਕਦੀ ਹੈ? ਵਿਰੋਧੀ ਤਰ੍ਹਾਂ ਇਹ ਆਖ ਰਹੀਆਂ ਨੇ। ਉਹ ਅਸੀਂ ਤਾਂ ਸਰਕਾਰ ਬਣਾਵਾਂਗੇ, 117 ਦੀਆਂ 17 ਸੀਟਾਂ ਤੇ ਲੜਾਂਗੇ, ਜਿੱਤਾਂਗੇ, ਸਰਕਾਰ ਬਣਾਵਾਂਗੇ। ਇਹ ਆਰਡੀਨੈਂਸ ਬਹੁਤ ਵਧੀਆ ਹੈ। ਥੋੜੀ ਦੇਰ ਨੂੰ ਇਹਨਾਂ ਦੇ ਚੰਗੇ ਪ੍ਰਭਾਵਾਂ ਦਾ ਪਤਾ ਲੱਗ ਜੂਗਾ। ਔਰ ਹੁਣ ਵੀ ਜੇ ਤੁਸੀਂ ਕਹੋ ਕਾਂਗਰਸ ਵਾਲੇ, ਆਮ ਆਦਮੀ ਪਾਰਟੀ ਵਾਲੇ, ਸ਼੍ਰੋਮਣੀ ਅਕਾਲੀ ਦਲ ਵਾਲੇ ਸਾਡੇ ਕੰਟੈਕਟ ਵਿੱਚ ਨੇ, ਪੱਬਾਂ ਭਾਰ ਨੇ ਵੀ ਸਾਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾ ਦਿਓ। ਤੇ ਤੁਸੀਂ ਅਕਾਲੀ ਦਲ ਤਾਂ ਕਹਿ ਰਹੇ ਅਸੀਂ ਜਿਹੜਾ ਨਾਤਾ ਤੋੜਤਾ, ਜਾਂ ਆਪਣਾ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਜਿਹੜਾ ਆ ਬੀਜੇਪੀ ਜੁਆਇਨ ਕਰਨ ਨੂੰ ਤਿਆਰ ਹਾਂ, ਕਹਿ ਰਹੀਆਂ ਨੇ। ਇਹਨਾਂ ਦੇ ਵਿੱਚੋਂ ਬਹੁਤ ਲੋਕ। ਕੌਣ ਨਾਂ ਲੈ ਕੇ, ਜੇ ਤੁਸੀਂ ਕੌਣ ਕਹਿ ਰਿਹਾ? ਨਾਂ ਤਾਂ ਦੱਸੋ। ਹੁਣ ਮੈਨੂੰ ਪਤਾ ਅੰਦਰ ਦੀਆਂ ਗੱਲਾਂ ਹੈ, ਮੈਂ ਕਿਹਦਾ ਨਾਂ ਲਵਾਂ? ਜੋ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਨ ਨੂੰ ਪੰਜਾਬ ਦੇ ਬਹੁਤ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ। ਤਾਂ ਇਹ ਗੱਲ ਸਾਰੀਆਂ ਸੀਟਾਂ ਲੜਾਂਗੇ, ਸਾਰੀਆਂ ਸੀਟਾਂ ਤੇ ਜਿੱਤਾਂਗੇ। ਆਰਡੀਨੈਂਸ ਕਾਂਗਰਸ ਨੂੰ ਵੀ ਪਤਾ ਚੰਗਾ ਹੈ, ਅਕਾਲੀਆਂ ਨੂੰ ਵੀ ਪਤਾ ਚੰਗੇ ਹੈ, ਬਾਕੀ ਪਾਰਟੀਆਂ ਨੂੰ ਵੀ ਪਤਾ ਚੰਗੇ ਹੈ, ਕਿਸਾਨਾਂ ਨੂੰ ਵੀ ਪਤਾ ਚੰਗੇ ਹੈ। ਇਹ ਸਿਰਫ ਪੋਲਿਟਿਕਸ ਖੇਡ ਰਹੀਆਂ ਹੈ। ਸੁਨੀਤਾ ਗਰਗ ਜੀ ਜਿਹੜਾ ਆ ਕਿਹੜੀ ਸੀਟ ਤੋਂ ਲੜ ਸਕਦੇ ਨੇ? ਵੀ ਮੇਰੇ ਤਾਂ ਹਾਈ ਕਮਾਂਡ ਦੇ ਫੈਸਲੇ ਹੈ। ਫਰੀਦਕੋਟ ਜਾਂ ਕੋਟਕਪੂਰਾ? ਨਹੀਂ, ਜੇ ਕੋਟਕਪੂਰਾ ਜਾਂ ਜੋ ਵੀ ਕਹਿ ਲਓ, ਉਹ ਤਾਂ ਹਾਈ ਕਮਾਂਡ ਦਾ ਫੈਸਲਾ ਹੈ। ਜਿੱਥੇ ਮੇਰੀ ਡਿਊਟੀ ਲਾਈ, ਅਸੀਂ ਤਾਂ ਇੱਕ ਛੋਟਾ ਜਿਹਾ ਸਿਪਾਹੀ ਹਾਂ, ਉੱਥੇ ਚੱਲ ਪਾਂਗੇ। ਤਾਂ ਹਰਦੀਪ ਪੁਰੀ ਜੀ ਇੱਕ ਗੱਲ ਆਖ ਰਹੇ ਨੇ ਕਿ ਜਿਹੜੇ ਇਹ ਸੜਕਾਂ ਦੇ ਉੱਤੇ ਨੇ ਕਿਸਾਨ, ਜਾਂ ਕੰਗਣਾ ਰਣੌਤ ਦਾ ਵੀ ਬਿਆਨ ਆਇਆ ਕਿ ਇਹ ਤਾਂ ਜੀ ਹੁੱਲੜਬਾਜੀ ਕਰ ਰਹੇ ਨੇ। ਕੰਗਣਾ ਰਣੌਤ ਨੇ ਇਹ ਗੱਲ ਆਖੀ ਹੈ ਕਿ ਰੈਡੀਕਲਸ ਨੇ। ਹਰਦੀਪ ਪੁਰੀ ਜੀ ਤੁਹਾਡੇ ਹੀ ਬੀਜੇਪੀ ਆਗੂ ਨੇ, ਉਹਨਾਂ ਦਾ ਕਹਿਣਾ ਕਿ ਇਹ ਹੁੱਲੜਬਾਜ਼ ਨੇ। ਸੁਖਪਾਲ ਖਹਿਰਾ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬੀਆਂ ਤੋਂ। ਕਿ ਗੁਜਰਾਤ ਦੰਗਿਆਂ ਦੇ ਵਿੱਚ ਬੀਜੇਪੀ ਆਗੂਆਂ ਦਾ ਨਾਂ ਨਹੀਂ ਆਇਆ, ਕਿ ਉਹ ਰੈਡੀਕਲਸ ਨਹੀਂ ਸੀਗੇ, ਜਾਂ ਬਾਬਰੀ ਮਸਜਿਦ ਦੀ ਗੱਲ ਕੀਤੀ ਆ। ਬੇਸ਼ੱਕ ਉਹ 'ਤੇ ਫੈਸਲਾ ਆ ਚੁੱਕਿਆ, ਪਰ ਸੁਖਪਾਲ ਖਹਿਰਾ ਨੇ ਇਹ ਗੱਲ ਆਖੀ ਹੈ ਕਿ ਹਰਦੀਪ ਪੁਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕਿ ਜਿਨ੍ਹਾਂ ਨੂੰ ਅੱਜ ਹੁੱਲੜਬਾਜ਼ ਆਖਿਆ ਜਾ ਰਿਹਾ 2022 'ਚ, ਉਹਨਾਂ ਹੁੱਲੜਬਾਜ਼ਾਂ ਤੋਂ ਹੀ ਵੋਟਾਂ ਮੰਗੀਆਂ ਜਾਣਗੀਆਂ। ਕੀ ਲੱਗਦਾ ਉਹ ਵੋਟਾਂ ਪਾਉਣਗੇ? ਕਿਸਾਨ ਸਾਡੇ ਭਰਾ ਏ, ਅੰਨਦਾਤਾ ਏ, ਪੂਰੇ ਹਿੰਦੁਸਤਾਨ ਦਾ ਪੇਟ ਪਾਲਦੇ ਨੇ। ਔਰ ਕਿਸਾਨ ਭਰਾ
ਸਾਨੂੰ ਵੋਟਾਂ ਪਾਉਣਗੇ, ਕਿਉਂਕਿ ਹੌਲੀ ਹੌਲੀ ਚੰਗੇ ਪ੍ਰਭਾਵਾਂ ਦਾ ਪਤਾ ਲੱਗ ਜੂਗਾ। ਅੱਜ ਇਹ ਗੁੰਮਰਾਹ ਹੋਰ ਦੂਸਰੀਆਂ ਪਾਰਟੀਆਂ ਦੇ ਪਿੱਛੇ ਲੱਗੇ ਹੋਏ ਨੇ, ਇਹ ਇਸ ਕਰਕੇ ਗੁੰਮਰਾਹ ਹੋ ਰਹੇ ਨੇ। ਔਰ ਜਦੋਂ ਕੋਈ ਕਹਿੰਦੇ ਹੁੰਦੇ ਸच्चाई छुप नहीं सकती बनावट के असूलों से, खुशबू आ नहीं सकती कभी कागज़ के फूलों से। जो सच्चाई है ਇਹ ਬਾਹਰ ਆਏਗੀ। ਆਰਡੀਨੈਂਸ ਦੇ ਚੰਗੇ ਪ੍ਰਭਾਵਾਂ ਦਾ ਇਹਨਾਂ ਨੂੰ ਇਨਕਮ ਜਦੋਂ ਵਧੂਗੀ ਉਹ ਤਾਂ ਇਹ ਤਾਂ ਆਪਣੇ ਆਪ ਵੋਟਾਂ ਪਾਉਣਗੇ। ਔਰ ਬੀਜੇਪੀ ਦੀ ਸਰਕਾਰ ਇਹਨਾਂ ਦੇ ਨਾਲ ਹੀ ਮਲਣੀ ਹੈ। ਕਿਸਾਨ ਸਾਡੇ ਭਰਾ ਹੈ, ਇਹਨਾਂ ਬਿਨਾਂ ਸਾਡਾ ਹੈ ਕੀ? ਇਕਨੋਮੀਜ਼ ਇਹਨਾਂ ਦੇ ਕਾਰਨ ਹੀ ਤਾਂ ਸਰਵਾਈਵ ਕਰਦੀ ਹੈ। ਪਰ ਹਰਦੀਪ ਪੁਰੀ ਜੀ ਤਾਂ ਇਹਨਾਂ ਨੂੰ ਜੀ ਆਪਣਾ ਹੁੱਲੜਬਾਜ਼ ਕਹਿ ਰਹੇ ਨੇ। ਸੁਖਪਾਲ ਖਹਿਰਾ ਇਹ ਗੱਲ ਆਪਣੀ ਫੇਸਬੁੱਕ ਵਾਲ ਤੇ ਆਖ ਰਹੇ। ਨਹੀਂ, ਉਹ ਤਾਂ ਮੈਂ ਤਾਂ ਨਹੀਂ ਦੇਖਿਆ ਜੀ। ਹੁਣ ਮੈਨੂੰ ਨਹੀਂ ਲੱਗਦਾ ਵੀ ਨਹੀਂਗਾ ਉਹ ਇੰਨੇ ਵੱਡੇ। ਨਿਊਜ਼ ਆਈ ਹੈ ਜੀ ਅਖਬਾਰ ਦੇ ਵਿੱਚ ਬਕਾਇਦਾ, ਜਿਹੜੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ। ਸੁਖਪਾਲ ਖਹਿਰਾ ਜੀ ਨੇ ਕਿਹਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਗੱਲ। ਨਹੀਂ, ਇਹ ਤਾਂ ਸੁਖਪਾਲ ਖਹਿਰਾ ਜੀ ਕਹਿ ਸਕਦੇ ਨੇ। ਮੈਨੂੰ ਨਹੀਂ ਲੱਗਦਾ ਸਾਡਾ ਕੋਈ ਬੀਜੇਪੀ ਦਾ ਐਡੇ ਉੱਚੇ ਪਦ 'ਤੇ ਅਧਿਕਾਰੀ ਤੇ ਪਦ 'ਤੇ ਬੈਠਾ ਹੋਇਆ ਕੋਈ ਐਸੀ ਗੱਲ ਕਹੇਗਾ। ਉਹ ਕਿਸਾਨ ਸਾਡੇ ਭਰਾ ਨੇ। ਜੇ ਕੋਈ ਇਹਨਾਂ ਨੂੰ ਲੱਗਦਾ ਇਹ ਸ਼ੱਕ ਹੈ ਸੁਵਿਧਾ, ਮੈਂ ਪਹਿਲਾਂ ਕਹੀ ਜਾਂਦੀ ਹਾਂ, ਦੱਸਣ। ਅਸੀਂ ਉਸੇ ਤਰ੍ਹਾਂ ਜੋ ਇਹ ਕੋਈ ਸਾਨੂੰ ਮੈਂ ਇਹ ਦੱਸਦੇ ਵੀ ਖੇਤੀ ਮਾਹਿਆ ਤੋਂ ਸਲਾਹ ਲੈ ਲੈਣ ਵੀ ਇਹਦੇ ਵਿੱਚ ਆਪਾਂ ਜੇ ਆਹ ਲਾਈਨ ਪਾ ਦਈਏ ਜਾਂ ਐਂ ਕਰ ਦਈਏ ਤਾਂ ਇਹੀ ਫਾਇਦਾ ਹੋ ਸਕਦਾ ਹੈ। ਅਸੀਂ ਬਿਲਕੁਲ ਸੈਂਟਰ ਸਰਕਾਰ ਨਾਲ ਮਿਲਾਵਾਂਗੇ, ਇਹਨਾਂ ਨੂੰ ਕਨਵਿੰਸ ਕਰਾਵਾਂਗੇ। ਇਹ ਸਾਨੂੰ ਕੁਝ ਕਹਿਣ ਤਾਂ ਸੀ ਨਾ। ਇੱਕ ਬੜੀਆਂ ਪਾਰਟੀਆਂ ਇਹ ਗੱਲ ਆਖ ਰਹੀਆਂ ਨੇ ਕਿ ਆਰਡੀਨੈਂਸ ਦੀ ਆੜ ਦੇ ਵਿੱਚ ਜਿਹੜਾ ਆ ਵਿਚਾਰਧਾਰਕ ਜੰਗ ਪੰਜਾਬ ਨਾਲ ਛਿੜੀ ਜਾ ਰਹੀ ਆ ਜਾਂ ਹੋਰ ਘੱਟ ਗਿਣਤੀ ਕੌਮਾਂ ਨਾਲ ਛਿੜੀ ਜਾ ਰਹੀ ਆ। ਵੀ ਜਿਹੜਾ ਆ ਬੜੀਆਂ ਵਿਰੋਧੀ ਪਾਰਟੀਆਂ ਇਹ ਆਖ ਰਹੀਆਂ ਨੇ ਕਿ 2022 'ਚ ਜਿਹੜਾ ਆਰਐਸਐਸ ਦਾ ਏਜੰਡਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਨੇ, ਉਹਨੂੰ ਲੈ ਕੇ ਜਿਹੜਾ ਆ ਇਹ ਪੱਤਾ ਖੇਡਿਆ ਗਿਆ। ਜਾਂ ਕੱਲ੍ਹ ਵੀ ਸੰਗਰੂਰ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜਾ ਵਰਕਰਾਂ ਵੱਲੋਂ ਸੰਗਰੂਰ ਦੇ ਵਿੱਚ ਆਰਐਸਐਸ ਦੇ ਦਫ਼ਤਰ ਦੇ ਅੱਗੇ ਕਾਲਖ ਪਹੁੰਚੀ ਗਈ ਆ, ਕਾਲਖ ਲਾਈ ਗਈ ਆ। ਕੀ ਕਹੋਗੇ, ਕੀ ਸਪਸ਼ਟੀਕਰਨ ਦਿਓਗੇ? ਨਹੀਂ, ਦੇਖੋ ਜਿਹੜੀ ਆਰਐਸਐਸ ਹੈ ਉਹ ਇੱਕ ਰਾਸ਼ਟਰ ਹਿੱਤ ਦੇ ਵਿੱਚ ਕੰਮ ਕਰਦੀ ਹੈ। ਉਹਦਾ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਦੀ ਤਰ੍ਹਾਂ ਕਹਿੰਦੀ ਪੋਲੀਟੀਕਲ ਜਿਹੜਾ ਵਿੰਗ ਉਹਦਾ ਬੀਜੇਪੀ ਹੈ। ਨਹੀਂ, ਉਹ ਜੋ ਵਿਰੋਧੀ ਧਿਰਾਂ ਦਾ ਵਿਰੋਧ ਕਰਨ ਲਈ ਵਿਰੋਧ ਕਰਦੀਆਂ ਨੇ, ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਉਹਨਾਂ ਨੇ ਤਾਂ ਜੋ ਵੀ ਗੱਲ ਹੋਵੇ ਉਹਨਾਂ ਨੇ ਵਿਰੋਧ ਹੀ ਕਰਨਾ ਹੈ, ਚਾਹੇ ਅਸੀਂ ਚੰਗਾ ਕਰੀਏ ਮਾੜਾ ਕਰੀਏ। ਉਹਨਾਂ ਨੇ ਸਾਨੂੰ ਉਹਦਾ ਚਸ਼ਮਾ ਹੀ ਐਸਾ ਲੱਗਿਆ ਹੋਇਆ ਹੈ ਵੀ ਅਸੀਂ ਜੋ ਬੀਜੇਪੀ ਨੇ ਕਰਤਾ ਬਸ ਮਾੜਾ ਹੀ ਹੈ। ਉਹਨਾਂ ਨੂੰ ਚੰਗਾ ਤਾਂ ਕਹਿਣਾ ਹੀ ਨਹੀਂਗਾ। ਜਿਵੇਂ ਕਹਿੰਦੇ ਹੁੰਦੇ ਖਾਂਦੇ ਦੇ ਬੁੱਲ ਹਿਲਦੇ ਆ, ਇਹਨਾਂ ਦੀ ਤਾਂ ਉਹ ਹਾਲ ਹੈ। ਤੇ ਜਿਹੜੀ ਆਰਐਸਐਸ ਹੈ ਸਾਡੀ, ਉਹ ਤਾਂ ਇੱਕ ਰਾਸ਼ਟਰ ਹਿੱਤ ਵਿੱਚ ਕੰਮ ਕਰਦੀ ਹੈ, ਦੇਸ਼ ਭਗਤਾਂ ਦੀ ਵੀ ਟੀਮ ਹੈ। ਉਹ ਵੀ ਭਾਰਤੀ ਜਨਤਾ ਪਾਰਟੀ ਕਦੇ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੀ। ਉਹ ਕੰਮ ਕਰਦੇ ਹਾਂ ਅਸੀਂ ਜੋ ਜਨਤਾ ਦੇ ਹਿੱਤ ਲਈ ਚੰਗਾ ਹੋਵੇ, ਜਨਤਾ ਲਈ ਚੰਗਾ ਹੋਵੇ, ਨਾ ਕਿ ਜਨਤਾ ਨੂੰ ਚੰਗਾ ਲੱਗੇ, ਉਹਨਾਂ ਦੇ ਭਵਿੱਖ ਲਈ ਚੰਗਾ ਹੋਵੇ। ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਉਹਨਾਂ ਨੂੰ ਦਬਾ ਕੇ ਬੀਜੇਪੀ ਜਿਹੜੀ ਆ ਮੈਜੋਰਿਟੀ ਜਿਹੜਾ ਆ ਬਹੁਮਤ ਦੀਆਂ ਵੋਟਾਂ ਲੈਣ ਨੂੰ ਜਿਹੜਾ ਆ ਤਰਜੀਹ ਦਿੰਦੀ ਹੈ। ਕੀ ਕਹੋਗੇ? ਨਹੀਂ, ਬਿਲਕੁਲ ਗਲਤ ਹੈ। ਭਾਰਤੀ ਜਨਤਾ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਦੀ ਹੈ। ਤੁਹਾਨੂੰ ਮੈਂ ਕਿਹਾ ਵੀ ਸੀ, ਉਹ ਵੋਟਾਂ ਦੀ ਰਾਜਨੀਤੀ ਤਾਂ ਕਰਦੀ ਹੀ ਨਹੀਂ ਨਾ, ਵੋਟ ਬੈਂਕ ਬਾਰੇ ਤਾਂ ਸੋਚਦੀ ਨਹੀਂ। ਉਹ ਤਾਂ ਹਮੇਸ਼ਾ ਦੇਸ਼ ਦੇ ਭਲੇ ਲਈ ਕੰਮ ਕਰਦੀ ਹੈ। ਇੱਕ ਗੱਲ ਹੋਰ ਹੈ ਜੀ, ਜਿਹੜਾ ਆ ਬੀਜੇਪੀ ਨੇਤਾ ਨੇ ਉਹ ਰਾਮ ਰਾਜ ਨਾਲ ਮੋਦੀ ਰਾਜ ਨੂੰ ਜਿਹੜਾ ਆ ਕੰਪੇਅਰ ਕਰਦੇ ਨੇ। ਇਹ ਸਾਡਾ ਜਿਹੜਾ ਆ ਰਾਮ ਰਾਜ ਆ, ਬੜੇ ਲੀਡਰ ਕਹਿੰਦੇ ਨੇ। ਅੱਜ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਜੋ ਹਾਥਰਸ ਕਾਂਡ ਦੇ ਵਿੱਚ ਵਾਪਰਿਆ, ਉਸ ਕੁੜੀ ਦੀ ਜਿਹੜਾ ਆ ਜ਼ੁਬਾਨ ਤੱਕ ਕੱਟ ਦਿੱਤੀ ਗਈ ਆ, ਕੀ ਇਹ ਰਾਮ ਰਾਜ ਆ, ਕੀ ਇਹ ਡੈਮੋਕ੍ਰੇਸੀ ਆ, ਜਾਂ ਇਹਨੂੰ ਡਿਕਟੇਟਰਸ਼ਿਪ ਕਿਹਾ ਜਾਵੇ? ਨਹੀਂ, ਦੇਖੋ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜੋ ਹਾਥਰਸ ਦਾ ਕਾਂਡ ਹੋਇਆ ਬਹੁਤ ਮਾੜਾ ਹੋਇਆ, ਬਹੁਤ ਸ਼ਰਮਨਾਕ ਗੱਲ ਹੈ ਕਿ ਜੋ ਵੀ ਹੈਗੇ ਆਫੀਸਰ ਸਸਪੈਂਡ ਕੀਤੇ ਗਏ ਹੈ ਔਰ ਜੋ ਵੀ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਬਾਕੀ ਭਾਰਤੀ ਜਨਤਾ ਪਾਰਟੀ ਭੈ ਮੁਕਤ, ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਵਧੀਆ ਪ੍ਰਸ਼ਾਸਨ ਦੇਵੇਗੀ। ਔਰ ਤੁਹਾਨੂੰ ਪਤਾ ਹੈ, ਜਨਤਾ ਨੂੰ ਵੀ ਪਤਾ ਲੱਗ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਦਾ ਰਾਜ ਵਧੀਆ ਹੀ ਹੋਵੇਗਾ, ਕਿਉਂਕਿ ਜਿਹੜੀ ਸਾਡੀ ਟੀਮ ਹੈ ਉਹ ਦੇਸ਼ ਭਗਤਾਂ ਦੀ ਟੀਮ ਹੈ। ਤਾਂ ਅਕਾਲੀ ਦਲ ਜਿਹੜਾ ਆ ਤੁਹਾਡੇ ਨਾਲ ਸੀ, ਲੰਮਾ ਸਮਾਂ ਤੁਹਾਡੇ ਨਾਲ ਰਹੀ ਆ, ਭਾਈਵਾਲ ਰਹੀ ਆ ਤੁਹਾਡੀ। ਅਕਾਲੀ ਦਲ ਦੇ ਨਾਲ ਹੁੰਦਿਆਂ ਤੁਸੀਂ ਜਿੱਤ ਵੀ ਪ੍ਰਾਪਤ ਕਰਦੇ ਸੀਗੇ। ਗੁਰਦਾਸਪੁਰ ਏਰੀਆ ਹੁਣ ਵੀ ਜਿਹੜਾ ਆ ਜਿੱਤਿਆ ਹੋਇਆ, ਪਰ ਐਮਪੀ ਵੱਖਰੀ ਗੱਲ ਆ। ਜਿਹੜਾ ਆ ਸੰਨੀ ਦਿਓਲ ਤੇ ਅੱਜ ਜਿਹੜਾ ਆ ਲੋਕ ਨਿਸ਼ਾਨੇ ਸਾਧ ਰਹੇ ਨੇ। ਹੋਰ ਵੀ ਭਾਜਪਾ ਆਗੂਆਂ ਦੇ ਜਿਹੜੇ ਪੰਜਾਬ ਦੇ ਜਿੱਤੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਵੀ ਜਿਹੜਾ ਆ ਨਿਸ਼ਾਨੇ ਸਾਧ ਰਹੇ ਆ। ਕੀ ਲੱਗਦਾ ਅਕਾਲੀ ਦਲ ਤੋਂ ਵੱਖ ਹੋ ਕੇ ਵੀ ਜਿਹੜਾ ਆ ਜਿੱਤੋਗੇ? ਦੇਖੋ ਜੀ, ਅਕਾਲੀ ਦਲ ਦਾ ਤੁਸੀਂ ਗੱਲ ਨਹੀਂ ਨਾ ਲਓ, ਕਿਉਂਕਿ ਨੋ ਮਾਸ ਕਹਿੰਦੇ ਸਾਡੇ ਤਾਂ ਬੁੱਲ ਥੱਕ ਗਏ। ਉਹਨਾਂ ਨੇ ਕਦੇ ਸਾਨੂੰ ਆਪਣਾ ਸਮਝਿਆ ਹੀ ਨਹੀਂ। ਬਾਕੀ ਅਕਾਲੀ ਦਲ ਹੈ ਜਿਹੜਾ ਉਹ ਤਾਂ ਆਪਣੇ ਸਵਾਰਥਾਂ ਦੇ ਲਈ ਕੰਮ ਕਰਦਾ ਹੈ, ਕਿਉਂਕਿ ਉਹਨਾਂ ਨੂੰ ਸਭ ਪਤਾ ਹੈ ਆਰਡੀਨੈਂਸ। ਹਰਸਿਮਰਤ ਕੌਰ ਨੇ ਅਸਤੀਫਾ ਕਿਉਂ ਦਿੱਤਾ? ਉਹਨੇ ਆਰਡੀਨੈਂਸ ਕਰਕੇ ਨਹੀਂ ਦਿੱਤਾ। ਉਹਨੇ ਤਾਂ ਉਹਨਾਂ ਦਾ ਦੇਖੋ ਨਾਮੋ ਨਿਸ਼ਾਨ ਹੀ ਮਿਟ ਰਿਹਾ ਹੈ। ਉਹਨਾਂ ਦੀ ਪੋਲੀਟੀਕਲ ਜ਼ਮੀਨ ਖਤਮ ਹੋ ਗਈ ਹੈ, ਉਹ ਤਾਂ ਆਪਣੀ ਜ਼ਮੀਨ ਤਰਾਸ ਰਹੇ ਹੈ। ਉਹਨਾਂ ਦਾ ਪਹਿਲਾਂ ਵੋਟ ਬੈਂਕ ਖਤਮ ਹੋ ਗਿਆ ਸੀਗਾ
ਤੇ ਹੁਣ ਉਹਨੇ ਕਿਹਾ ਕਿ ਕਿਸਾਨ ਭਰਾਵਾਂ ਦਾ ਵੀ ਵੋਟ ਬੈਂਕ ਖਤਮ ਹੋ ਗਿਆ, ਅੱਜ ਤਾਂ ਸਾਡੇ ਤਾਂ ਨਾਮੋ ਨਿਸ਼ਾਨ ਜਮੀ ਖਤਮ ਬਣਾ ਕੇ ਦੇਤਾ ਉਹਨਾਂ ਨੇ, ਨਾ ਕਿ ਆਰਡੀਨੈਂਸ ਵਾਸਤੇ ਦਿੱਤਾ ਹੈ। ਆਪ ਤਾਂ ਸਹਿਮਤੀ ਦੇ ਕੇ ਆਏ ਆ, ਆਰਡੀਨੈਂਸ ਇੱਕੋ ਦਿਨ 'ਚ ਤਾਂ ਬਣ ਨਹੀਂ ਦੇ ਗਏ। ਤਾਂ ਉਹ ਤਾਂ ਕਹਿ ਰਹੇ ਆ ਜੇ ਯੂ ਟਰਨ ਵੀ ਲਿਆ ਤਾਂ ਅਸੀਂ ਕਿਸਾਨਾਂ ਦੇ ਹਿੱਤ 'ਚ ਲਿਆ, ਕਿਸਾਨਾਂ ਦੇ ਪੱਖ 'ਚ ਲਿਆ। ਅਕਾਲੀ ਦਲ ਜਿਹੜੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਖੜੀ ਆ, ਪਹਿਲਾਂ ਵੀ ਖੜਦੀ ਆਈ ਸੀ, ਹੁਣ ਵੀ ਖੜਦੀ ਆਈ ਆ। ਕੀ ਕਹੋਗੇ? ਦੇਖੋ ਸੁਖਵੀਰ ਜੀ ਨੇ ਕਹਿੰਦੇ ਆ ਕਿਸਾਨਾਂ ਦੇ ਨਾਲ ਖੜੇ ਆ, ਜਦੋਂ ਆਰਡੀਨੈਂਸ ਦਾ ਸਾਡੇ ਤੋਂ ਵੱਧ ਰੌਲਾ ਅਕਾਲੀ ਦਲ ਪਾ ਰਿਹਾ ਸੀ ਕਿ ਇਹ ਆਰਡੀਨੈਂਸ ਬਹੁਤ ਚੰਗੇ ਨੇ, ਅਸੀਂ ਉਹ ਜ਼ਿੰਮੇਵਾਰੀ ਲਈ ਸੀ ਸਾਰੀ ਕਿਸਾਨਾਂ ਨਾਲ ਗੱਲ ਕਰਨ ਦੀ, ਵੀ ਅਸੀਂ ਕਿਸਾਨਾਂ ਨੂੰ ਇਹਦੇ ਬਾਰੇ ਅਸੀਂ ਅਵੇਅਰਨੈਸ ਦੇਵਾਂਗੇ, ਸਾਡੀ ਜ਼ਿੰਮੇਵਾਰੀ ਹੈ। ਔਰ ਉਹਨਾਂ ਨੇ ਕਿਸਾਨਾਂ ਨਾਲ ਗੱਲ ਵੀ ਕੀਤੀ। ਜਦੋਂ ਗੱਲ ਕੀਤੀ ਉਹ ਪਾਰਟੀ ਸਾਡੀ ਹਾਈ ਕਮਾਂਡ ਨੂੰ ਕਹਿੰਦੇ ਵੀ ਕਿਸਾਨ ਭਰਾ ਮੰਨਦੇ ਨਹੀਂ, ਤੁਸੀਂ ਲਿਖ ਕੇ ਸਾਨੂੰ ਦੇ ਦਿਓ, ਚਿੱਠੀ ਦੇ ਦਿਓ। ਅਸੀਂ ਸੁਖਵੀਰ ਜੀ ਦੇ ਕਹਿਣ 'ਤੇ ਲਿਖ ਕੇ ਚਿੱਠੀ ਦਿੱਤੀ ਸੁਖਵੀਰ ਜੀ ਨੂੰ, ਔਰ ਉਹਨਾਂ ਨੇ ਟੀਵੀ ਤੇ ਦਿਖਾਈ ਵੀ। ਔਰ ਐਮਐਸਪੀ ਦੀ ਜਿਹੜੀ ਚਿੱਠੀ ਸੀ, ਹਾਂ ਸਾਰੀ ਐਮਐਸਪੀ ਵੀ ਰਹੇਗੀ, ਮੰਡੀ ਵਿਵਸਥਾ ਵੀ ਰਹੇਗੀ, ਸਰਕਾਰੀ ਏਜੰਸੀਜ਼ ਵੀ ਖਰੀਦ ਕਰਦੀਆਂ ਰਹਿਣਗੀਆਂ, ਮਤਲਬ ਕਿ ਸਾਰੀ ਲਿਖ ਕੇ ਦਿੱਤੀ ਅਸੀਂ, ਔਰ ਉਹਨਾਂ ਨੇ ਟੀਵੀ ਤੇ ਦਿਖਾਈ ਵੀ। ਕਿਸਾਨ ਭਰਾਵਾਂ ਨੂੰ ਇਹ ਬਹੁਤ ਵਧੀਆ ਹੈ ਜੀ, ਤੁਹਾਡੇ ਹੱਕ 'ਚ ਹੈ। ਅਸੀਂ ਨਵਾਂ ਤਾਂ ਕੋਈ ਐਡ ਕੀਤਾ ਨਹੀਂ ਜਿਹੜੀ ਹੁਣ ਗਲਤ ਹੋ ਗਏ, ਇਹ ਤਾਂ ਪੋਲਿਟਿਕਸ ਖੇਡ ਰਹੀ ਹੈ। ਤਾਂ ਇੱਕ ਗੱਲ ਹੋਰ ਹੈ ਜੀ, ਕਿਤੇ ਨਾ ਕਿਤੇ ਕਿਸਾਨ ਤਾਂ ਜਿਹੜੇ ਆ ਵਿਰੋਧ ਦੇ ਵਿੱਚ ਹੈਗੀ ਆ, ਹੁਣ ਵੀ ਬੈਠੇ ਨੇ ਗੇਟ ਮੂਹਰੇ, ਜਾਂ ਹੋਰ ਵੀ ਵੱਖ-ਵੱਖ ਜਿਹੜੇ ਲੀਡਰ ਆ, ਸ਼ਵੇਤ ਮਲਿਕ ਜੀ ਦੇ ਘਰ ਦੇ ਬਾਹਰ ਵੀ ਬੈਠੇ ਨੇ, ਬੜੇ ਲੀਡਰਾਂ ਦੇ ਘਰਾਂ ਦੇ ਅੱਗੇ ਜਿਹੜੇ ਆ ਕਿਸਾਨ ਆਗੂ ਬੈਠੇ ਹੋਏ ਨੇ। ਤੁਹਾਨੂੰ ਜਿਹੜਾ ਆ ਲਗਾਤਾਰ ਜਿਹੜਾ ਆ ਬੀਜੇਪੀ ਦੇ ਜਿਹੜੇ ਆਗੂ ਆ ਉਹਨਾਂ ਨੂੰ ਘੇਰਿਆ ਜਾ ਰਿਹਾ। ਪਰ ਕਿਤੇ ਨਾ ਕਿਤੇ ਜਿਹੜਾ ਬੀਜੇਪੀ, ਅਕਾਲੀ ਦਲ ਕਹਿੰਦੀ ਹੈ ਕਿ ਬੀਜੇਪੀ ਜਿਹੜੀ ਆ ਸ਼ਹਿਰੀ ਵੋਟ ਨਾਲ ਜਿੱਤ ਜਾਂਦੀ ਹੁੰਦੀ ਸੀਗੀ, ਹੁਣ ਉਹ ਗੱਲਾਂ ਇਹ ਕਰ ਰਹੀਆਂ ਨੇ। ਕਿਤੇ ਨਾ ਕਿਤੇ ਜਿਹੜੀ ਸ਼ਹਿਰੀ ਵੋਟ ਆ, ਜੇ ਆੜਤੀਆਂ ਦੀ ਗੱਲ ਕਰੀਏ, ਆੜਤੀਏ ਵੀ ਕਿਸਾਨਾਂ ਦੇ ਨਾਲ ਖੜੇ ਨੇ, ਰੈਡੀਮੇਡ ਐਸੋਸੀਏਸ਼ਨ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਖੜੀਆਂ ਨੇ। ਤੁਹਾਨੂੰ ਲੱਗਦਾ ਤੁਸੀਂ ਜਿਹੜਾ ਆ ਆਪਣਾ ਜਿਹੜਾ ਭਰੋਸਾ ਇੱਥੇ ਕਾਇਮ ਕਰ ਸਕੋਗੇ ਲੋਕਾਂ ਦੇ ਵਿੱਚ? ਬਿਲਕੁਲ ਬਿਲਕੁਲ। ਬੀਜੇਪੀ ਤੁਹਾਨੂੰ ਬਾਰ-ਬਾਰ ਕਹੀ ਜਾਂਦੀ ਆ ਕਿ ਬੀਜੇਪੀ ਸਾਰੇ ਸ਼ਹਿਰੀ, ਸਾਰੇ ਪਿੰਡ ਵਾਲੇ, ਕਿਉਂਕਿ ਬੀਜੇਪੀ ਦਾ ਏਜੰਡਾ ਹੀ ਇੱਕ ਹੈ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ, ਔਰ ਸਭ ਨੂੰ ਨਾਲ ਲੈ ਕੇ ਚੱਲੇਗੀ। ਬੀਜੇਪੀ ਨੂੰ ਸਾਰੇ ਵੋਟਾਂ ਪਾਉਣਗੇ, ਪਿੰਡਾਂ 'ਚ ਵੀ ਪਾਉਣਗੇ, ਸ਼ਹਿਰਾਂ 'ਚ ਵੀ ਪਾਉਣਗੇ, ਸਾਰੇ ਫੀਲਡ ਵਾਲੇ ਪਾਉਣਗੇ, ਔਰ ਬੀਜੇਪੀ ਆਪਣੀ ਸਰਕਾਰ ਬਣਾਏਗੀ 2022 'ਚ। ਪਰ ਇਹ ਵਾਰ-ਵਾਰ ਕਹਿ ਰਹੇ ਨੇ, ਵਿਰੋਧੀ ਤਰ੍ਹਾਂ ਇਹੀ ਕਹਿ ਰਹੀਆਂ ਨੇ, ਆਖ ਰਹੀਆਂ ਨੇ, ਪਹਿਲਾਂ ਮਤਲਬ ਘੱਟ ਗਿਣਤੀ ਜੇ ਮੁਸਲਮਾਨਾਂ ਦੀ ਗੱਲ ਕਰੀਏ, ਸੀਏ ਉਹਨਾਂ ਤੇ ਲਾ ਦਿੱਤਾ ਗਿਆ, ਵੀ ਉਹਨਾਂ ਨੂੰ ਨਹੀਂ ਰੱਖਿਆ ਗਿਆ, ਆਪਣਾ ਜਿਹੜਾ ਵਿੱਚ ਉਹਨਾਂ ਨੂੰ ਨਹੀਂ ਰੱਖਿਆ ਗਿਆ ਗਾ ਕਾਨੂੰਨ ਦੇ। ਤਾਂ ਜਿਹੜਾ ਆ ਦੂਸਰੀ ਗੱਲ, ਹੁਣ ਜਿਹੜਾ ਹੋਰ ਘੱਟ ਗਿਣਤੀ ਕੌਮਾਂ ਨੂੰ ਜਿਹੜਾ ਆ ਬੀਜੇਪੀ ਦਫਨਾਉਣਾ ਚਾਹੁੰਦੀ ਆ, ਆਪਣਾ ਜਿਹੜਾ ਉਹਨਾਂ ਦੇ ਉੱਤੇ ਜ਼ੋਰ ਅਜਮਾਉਣਾ ਚਾਹੁੰਦੀ ਆ। ਕੀ ਕਹੋਗੇ? ਕੀ ਸਪਸ਼ਟੀਕਰਨ ਦਿਓਗੇ? ਤੁਸੀਂ ਹੁਣ CAA ਦੀ ਗੱਲ ਕੀਤੀ ਹੈ। ਦੇਖੋ CAA ਦੇ ਵਿੱਚ ਕੋਈ ਵੀ ਜੋ ਬਾਹਰੋਂ ਆਇਆ ਹੈ ਨਾਗਰਿਕ, ਪਹਿਲਾਂ ਉਹ ਦੇਸ਼ ਦਾ ਨਾਗਰਿਕ ਨਹੀਂ ਮੰਨਿਆ ਜਾਂਦਾ ਸੀ, ਹੁਣ ਉਹਨੂੰ ਨਾਗਰਿਕਤਾ ਦਿੱਤੀ ਜਾਊਗੀ। ਤੁਸੀਂ ਦੇਖੋ ਇੱਕ ਪਾਕਿਸਤਾਨ ਦਾ ਖਿਡਾਰੀ ਸੀ, ਉਹ ਹਮੇਸ਼ਾ ਗੱਲ ਕਰਦਾ ਸੀ ਕਿ ਉਹਦੇ ਨਾਲ ਬਹੁਤ ਜ਼ਿਆਦਤੀਆਂ ਹੁੰਦੀਆਂ ਸੀ ਕਿਉਂਕਿ ਉਹ ਹਿੰਦੂ ਪੱਖ ਸੀ। ਪਰ ਹਮੇਸ਼ਾ ਇਹ ਬੀਜੇਪੀ ਹੈ ਜਿਹੜੀ, ਇਹ ਘੱਟ ਗਿਣਤੀਆਂ ਨਾਲ ਵੀ ਖੜੀ ਹੈ, ਇਹ ਸਾਰਿਆਂ ਨਾਲ ਖੜੀ ਹੈ। CAA ਭਾਰਤ ਦੀ ਨਾਗਰਿਕਤਾ ਦੇਣ ਵਾਸਤੇ ਹੀ ਇਸ ਨੇ ਇਹ ਕਾਨੂੰਨ, ਇਹ CAA ਦਿੱਤਾ ਹੈ। ਦੇਖੋ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ ਇਸ ਦੀ। ਪਾਕਿਸਤਾਨ ਦੇ ਵਿੱਚ ਇੱਕ ਹਿੰਦੂ ਲੜਕੇ ਦਾ ਵਿਆਹ ਹੋ ਗਿਆ, ਠੀਕ ਹੈ ਨਾ, ਉਸ ਦੀ ਘਰਵਾਲੀ ਉਹਦੇ ਘਰੋਂ ਚੱਕ ਕੇ ਲੈ ਗਏ, ਉਹਦਾ ਵਿਆਹ ਕਿਤੇ ਹੋਰ ਕਰਤਾ, ਉਸ ਨੂੰ ਪਤਾ ਵੀ ਨਹੀਂ ਕਿੱਥੇ ਲੈ ਗਏ ਕਿੱਥੇ ਨਾ। ਔਰ ਜਦੋਂ ਉਹਨੇ ਰੌਲਾ ਪਾਇਆ ਤਾਂ ਉਹਨੂੰ ਕਹਿਣ ਲੱਗੇ ਕਿ ਸਾਡੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਿੰਦੂ ਜਿਹੜਾ ਵਿਆਹ ਹੈ ਉਹ ਵੈਲਿਡ ਹੀ ਨਹੀਂ। ਦੱਸੋ, ਇਹ ਸਾਰੇ ਦੁੱਖ ਦੂਰ ਕਰਨ ਵਾਸਤੇ ਅਸੀਂ CAA ਦਾ ਸਮਰਥਨ ਕਰਦੇ ਹਾਂ। ਸਮਝ ਸਾਰੇ। ਦੂਸਰੀ ਜੀ ਤੁਸੀਂ ਇਹ ਗੱਲ ਆਖੀ ਹੈ ਕਿ ਜਿਹੜਾ ਪਾਕਿਸਤਾਨ ਦਾ ਕ੍ਰਿਕਟਰ ਸੀਗਾ ਉਹਦੇ ਨਾਲ ਜਿਹੜਾ ਆ ਜਾਤੀ ਹੋਈ ਸੀਗੀ ਉਦੋਂ, ਜਿਹੜਾ ਉਹ ਹਿੰਦੂ ਹੋਣ ਕਰਕੇ ਇੱਥੇ ਘੱਟ ਗਿਣਤੀ ਕੌਮਾਂ ਕਹਿੰਦੀਆਂ ਨੇ, ਵਿਰੋਧੀ ਧਿਰਾਂ ਵੀ ਇਹ ਆਖਦੀਆਂ ਨੇ ਕਿ ਦਲਿਤਾਂ ਨਾਲ ਧੱਕਾ ਹੁੰਦਾ, ਦਲਿਤ ਕਹਿੰਦੇ ਅਸੀਂ ਇੱਥੇ ਸੇਫ ਨਹੀਂ, ਸਿੱਖ ਕਹਿੰਦੇ ਅਸੀਂ, ਜਾਂ ਮੁਸਲਮਾਨ ਕਹਿੰਦੇ ਆ ਕਸ਼ਮੀਰ ਦੇ ਵਿੱਚ ਜਿਹੜਾ ਆ, ਇਹ ਗੱਲਾਂ ਆਖੀਆਂ ਜਾਂਦੀਆਂ ਨੇ, ਉਹਨਾਂ ਤੇ ਕੀ ਕਹੋਗੇ? ਨਹੀਂ, ਉਹ ਤਾਂ ਤੁਹਾਨੂੰ ਮੈਂ ਬਾਰ-ਬਾਰ ਕਹੀ ਜਾਂਦੀ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ, ਐਸੀ ਕੋਈ ਗੱਲ ਹੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਹੈ, ਉਸ ਦੇਸ਼ ਦੇ ਭਲੇ ਲਈ ਕੰਮ ਕਰਦੀ ਰਹੂਗੀ, ਕਰਦੀ ਰਹੀ ਹੈ। ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨਾਲ ਜਿਹੜੀ ਆ ਕੀ ਗੱਲਬਾਤ ਕੀਤੀ ਜਾ ਸਕਦੀ ਹੈ, ਇਹਨਾਂ ਨਾਲ ਕੀ ਗੱਲਬਾਤ ਹੋਊਗੀ, ਜਿਹੜਾ ਆ ਸਥਿਤੀ ਜਿਹੜੀ ਆ ਉਹ ਆਮ ਖੁਸ਼ਹਾਲ ਜਿਹੜੀ ਆ ਕੀਤੀ ਜਾ ਸਕੇ? ਦੇਖੋ, ਸਾਡੀ ਪੰਜਾਬ ਦੀ 8 ਮੈਂਬਰੀ ਕਮੇਟੀ ਬਣੀ ਹੈ, ਉਹ ਕਿਸਾਨ ਭਰਾਵਾਂ ਦੇ ਘਰੇ ਵੀ ਜਾ ਰਹੀ ਹੈ, ਔਰ ਜਥੇਬੰਦੀਆਂ ਨੂੰ ਬੁਲਾ ਵੀ ਰਹੀ ਹੈ, ਕਿਸਾਨ ਜਥੇਬੰਦੀ ਭਰਾਵਾਂ ਨੂੰ, ਔਰ ਜੋ ਇਹਨਾਂ ਦੇ ਵਿਚਾਰ ਵੀ ਲੈ ਰਹੀ ਹੈ। ਸਿਰਫ 10 ਦਿਨਾਂ ਦੇ ਅੰਦਰ ਸਾਰਾ ਇਹ ਵਿਚਾਰ ਲੈ ਕੇ ਸੈਂਟਰ ਦੇ ਕੋਲੇ ਅਸੀਂ ਭੇਜਾਂਗੇ
ਤਾਂ ਜੇ ਉਹ ਇਹ ਮਿਲਣ ਨੂੰ ਕਹਿਣਗੇ ਮਿਲਾਵਾਂਗੇ ਤੇ ਜੋ ਵੀ ਉਹ ਠੀਕ ਵਾਜਬ ਸੋਲੂਸ਼ਨ ਸਮਝਣ ਕੱਢਾਂਗੇ। ਕਮੇਟੀ ਮੈਂਬਰਾਂ ਦੀ ਜੇ ਮੈਂ ਗੱਲ ਕਰਾਂ, ਤਰੁਣ ਚੁੱਘ ਜੀ ਨੂੰ ਵੀ ਧਰਨੇ ਵਿੱਚ ਗਏ ਨੇ, ਉਹਨਾਂ ਨੂੰ ਵੀ ਘੇਰਿਆ ਗਿਆ। ਹੰਸਰਾਜ ਹੰਸ ਬੇਸ਼ੱਕ ਪੰਜਾਬ ਦੇ ਵਿੱਚ ਰਾਜ ਗਾਇਕ ਦਾ ਉਹਨਾਂ ਨੂੰ ਜਿਹੜਾ ਆ ਇੱਕ ਮਾਣ ਦਿੱਤਾ ਗਿਆ ਸੀ, ਪਰ ਅੱਜ ਵੀ ਉਹਨਾਂ ਨੂੰ ਵੀ ਜਿਹੜਾ ਆ ਪੰਜਾਬੀ ਟੁੱਟ ਕੇ ਪੈ ਰਹੇ ਨੇ ਕਿ ਇਹ ਤਾਂ ਪੰਜਾਬ ਦਾ ਗੱਦਾਰ ਆ, ਕਿਤੇ ਨਾ ਕਿਤੇ ਜਿਹੜਾ ਆ ਸੈਂਟਰ ਸਰਕਾਰ ਨਾਲ ਖੜ ਗਿਆ। ਅੱਜ ਹੰਸਰਾਜ ਹੰਸ ਨੂੰ ਇਹ ਗੱਲਾਂ ਸਹਿਣੀਆਂ ਪੈ ਰਹੀਆਂ। ਚੈਨਲ ਦੇ ਉੱਤੇ ਰਾਤ ਉਹ ਆਏ, ਇੱਕ ਟੀਵੀ ਚੈਨਲ ਦੇ ਉੱਤੇ ਉਹ ਗੱਲ ਕਰ ਰਹੇ ਸੀ। ਤਾਂ ਤੁਹਾਨੂੰ ਲੱਗਦਾ ਕਿਸਾਨ ਜਿਹੜਾ ਆ ਕਿਸਾਨਾਂ ਦੇ ਵਿੱਚ ਭਰੋਸਾ ਜਿਹੜਾ ਕਾਇਮ ਕੀਤਾ ਜਾ ਸਕੂਗਾ? ਇਹ ਆਰਡੀਨੈਂਸ ਤੋਂ ਸਰਕਾਰ ਪਿੱਛੇ ਨਹੀਂ ਹਟੂਗੀ? ਤੁਹਾਨੂੰ ਲੱਗਦਾ ਕੀ ਕਹੋਗੇ ਤੁਸੀਂ, ਸਰਕਾਰ ਦਾ ਨੁਮਾਇੰਦਾ ਹੋ ਸਰਕਾਰ ਦੇ ਵਿੱਚੋਂ? ਬਿਲਕੁਲ ਬਿਲਕੁਲ, ਜੋ ਅਸੀਂ ਸਲਾਹ ਲੈ ਰਹੇ ਹਾਂ ਉਹ ਅਸੀਂ ਸੈਂਟਰ ਤੱਕ ਭੇਜਾਂਗੇ, ਜੋ ਵੀ ਵਾਜਬ ਹੈ ਤੇ ਉਹਨਾਂ ਦੀਆਂ ਅਸੀਂ ਕਨਵਿੰਸ ਕਰਾਵਾਂਗੇ। ਹਰ ਮਸਲੇ ਦਾ ਹੱਲ ਤਾਂ ਟੇਬਲ ਟਾਕ ਹੈ ਨਾ, ਇਹ ਸਮਝ ਕੇ ਸਮਝਾ ਕੇ ਹੋਊਗਾ, ਐਸੀ ਗੱਲ ਨਹੀਂ ਹੈ। ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ, ਇਹ ਵੀ ਹੋ ਜਾਊਗਾ ਔਰ ਇਹਨਾਂ ਦੇ ਹੱਕ ਵਿੱਚ ਹੈ, ਇਹਨਾਂ ਨੂੰ ਪਤਾ ਵੀ ਲੱਗ ਜਾਊਗਾ ਸਮਾਂ ਪਾ ਕੇ। ਅੱਜ ਇਹ ਗੁੰਮਰਾਹ ਹੋ ਰਹੀਆਂ ਦੂਸਰੀਆਂ ਪਾਰਟੀਆਂ ਦੇ ਪਿੱਛੇ ਲੱਗ ਕੇ। ਤਾਂ ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀਗੇ ਸੁਨੀਤਾ ਗਰਗ ਜੀ, ਸੈਕਟਰੀ ਪੰਜਾਬ ਬੀਜੇਪੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਿਹੜਾ ਆ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਤੇ ਅਸੀਂ ਜਿਹੜਾ ਆ ਇੱਕ 8 ਮੈਂਬਰੀ ਕਮੇਟੀ ਬਣਾਈ ਹੈ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਸੈਂਟਰ ਸਰਕਾਰ ਨੂੰ ਜੋ ਵੀ ਸਲਾਹ ਹੋਊਗੀ ਉਹ ਜਿਹੜਾ ਆ ਦਿੱਤੀ ਜਾਊਗੀ। ਉਸ ਰਿਪੋਰਟ ਦੇ ਵਿੱਚ ਜਿਹੜਾ ਆ ਕਿਸਾਨਾਂ ਨਾਲ ਗੱਲਬਾਤ ਕਰਕੇ ਜੋ ਵੀ ਅਗਲਾ ਪ੍ਰੋਗਰਾਮ ਜਿਹੜਾ ਸਰਕਾਰ ਉਲੀਕੂਗੀ ਉਹ ਜਿਹੜਾ ਆ ਉਹ ਦੱਸਿਆ ਜਾਊਗਾ ਥੋੜ੍ਹੇ ਦਿਨਾਂ ਤੱਕ ਹੀ। ਜਿਹੜਾ ਆਰਡੀਨੈਂਸ ਇਹਨਾਂ ਦਾ ਕਹਿਣਾ ਕਿ ਜਿਹੜਾ ਆ ਕਿਸਾਨਾਂ ਦੇ ਹਿੱਤ 'ਚ ਹੈ ਤੇ ਬੀਜੇਪੀ ਜਿਹੜਾ ਆ ਲੋਕਾਂ ਦੇ ਨਾਲ ਖੜੀ ਆ। ਹੁਣ ਦੇਖਣਾ ਇਹ ਹੋਊਗਾ ਕਿ ਕਿਸਾਨ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਕਿਵੇਂ ਲੈਂਦੇ ਆ। ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ ਫਰੀਦਕੋਟ।